Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਵੀਕਲੀ ਇਮੀਗ੍ਰੇਸ਼ਨ ਅਪਡੇਟਸ ਦਾ ਪ੍ਰੋਗਰਾਮ ਹੈ, ਜਿਹਦੇ ਵਿੱਚ ਆਪਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ। ਉਹਦੇ ਨਾਲ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਜਿਹੜੀ ਅਪਡੇਟ ਆ ਉਹ 9 ਸਰਕਟ ਵੱਲੋਂ ਆ। 9 ਸਰਕਟ ਕੋਰਟ ਆਫ ਅਪੀਲਸ, ਜਿਹਦੇ ਅੰਡਰ ਕੇ ਕੈਲੀਫੋਰਨੀਆ ਆਉਂਦਾ, ਵਾਸ਼ਿੰਗਟਨ ਸਿਆਟਲ ਜਿਹੜਾ ਏਰੀਆ ਉਹ ਆਉਂਦਾ, ਔਰੇਗਨ ਆਉਂਦਾ, ਐਰੀਜ਼ੋਨਾ ਆਉਂਦਾ, ਉਹਨਾਂ ਨੇ ਇਹ ਇੱਕ ਇੰਜੰਕਸ਼ਨ ਜਿਹੜੀ ਹੈਗੀ ਉਹ ਲਿਫਟ ਕਰ ਦਿੱਤੀ ਹੈ, ਜਿਹੜੀ ਕਿ ਡਿਸਟ੍ਰਿਕਟ ਕੋਰਟ ਨੇ ਕੀਤੀ ਸੀ ਕਿ ਜਿਹੜੇ ਆਈਸ ਡਿਟੈਂਸ਼ਨ ਦੇ ਵਿੱਚ ਲੋਕ ਸੀ ਜਿਨ੍ਹਾਂ ਦੀ ਮੈਡੀਕਲ ਕੰਡੀਸ਼ਨ ਸੀਗੀ, ਉਹਨਾਂ ਨੂੰ ਡਿਸਟ੍ਰਿਕਟ ਕੋਰਟ ਨੇ ਕਿਹਾ ਸੀ ਵੀ ਆਈਸ ਬੈਟਰ ਕੰਡੀਸ਼ਨ ਦੇ ਵਿੱਚ ਰਿਲੀਜ਼ ਕਰੇ। ਉਹ ਉਹਨਾਂ ਨੇ ਜਿਹੜੀ ਇਹ ਡਿਸਟ੍ਰਿਕਟ ਕੋਰਟ ਦੀ ਆਈਸ ਦੇ ਉੱਤੇ ਜਿਹੜੀਆਂ ਪਾਬੰਦੀਆਂ ਸੀ ਉਹ ਖਤਮ ਕਰ ਦਿੱਤੀਆਂ ਨੇ। ਸੋ ਇਨ ਅ ਸਪਲਿਟ ਡਿਸੀਜਨ ਦ 9 ਸਰਕਟ ਕੋਰਟ ਆਫ ਅਪੀਲਸ ਔਨ October 20th ਲਿਫਟਡ ਅ ਲੋਅਰ ਕੋਰਟਸ ਪ੍ਰੋਟੈਕਸ਼ਨ ਫॉर ਮੈਡੀਕਲੀ vulnerable people locked up in US immigration and customs enforcement। ਤੇ ਇਹ ਜਿਹੜੀ ਕੋਰਟ ਦਾ ਡਿਸੀਜਨ ਸੀਗਾ ਉਹ ਇਹ ਸੀਗਾ the protections including requiring ICE to adhere to public health and safety protocols to reduce the risk of infection in detention centers and considerations for release from ICE custody for people at higher risk for severe illness। ਉਹ ਕੋਰਟ ਨੇ ਕਿਹਾ ਸੀਗਾ ਵੀ ਜਿਹੜੇ ਬੰਦਿਆਂ ਦੀ ਹੈਲਥ ਕੰਡੀਸ਼ਨ ਠੀਕ ਨਹੀਂ ਹੈਗੀ, ਜਿਹੜੇ ਮੈਡੀਕਲੀ ਚੈਲੰਜ ਨੇ, ਅਤੇ ਉੱਥੇ ਜਿਹੜੇ ਕੰਡੀਸ਼ਨ ਹੁੰਦੇ ਨੇ ਸੈਂਟਰਾਂ ਦੇ ਵਿੱਚ ਜਿੱਥੇ ਇਹਨਾਂ ਨੂੰ ਰੱਖਿਆ ਜਾਂਦਾ ਉਹ ਸਹੀ ਨਹੀਂ ਹੁੰਦੇ ਉਹਨੇ ਜ਼ਿਆਦਾ ਉਹਨਾਂ ਲੋਕਾਂ ਲਈ, ਅਤੇ ਉਹਨਾਂ ਨੂੰ ਜਾਂ ਤਾਂ ਬੈਟਰ ਜਿਹੜੇ ਕੰਡੀਸ਼ਨ ਦਿੱਤੇ ਜਾਣ ਜਾਂ ਰਿਲੀਜ਼ ਕੀਤਾ ਜਾਵੇ। ਸੋ ਕੇਸ ਹੈਗਾ, ਇਹਦਾ ਨਾਂ ਹੈਗਾ ਫਰਾਈਹੈਟ ਵਰਸਸ ਆਈਸ, ਅਤੇ ਇਹ ਸਪਰਿੰਗ ਆਫ 2020 ਯਾਨੀ ਕਿ 2020 ਦੇ ਵਿੱਚ ਇਹ ਕੇਸ ਫਾਈਲ ਕੀਤਾ ਗਿਆ ਸੀਗਾ ਡਿਸਟ੍ਰਿਕਟ ਕੋਰਟ ਦੇ ਵਿੱਚ। ਅਤੇ ਉਹਨਾਂ ਨੇ ਡਿਸਟ੍ਰਿਕਟ ਕੋਰਟ ਨੇ ਇਹ ਕਿਹਾ ਸੀਗਾ, ਉਹਨਾਂ ਨੇ ਆਰਡਰ ਕੀਤਾ ਸੀ ਆਈਸ ਨੂੰ ਟੂ ਡਿਵੈਲਪ ਪ੍ਰੋਟੋਕੋਲਸ ਫॉर ਪ੍ਰੋਟੈਕਟਿੰਗ ਆਲ ਪੀਪਲ ਇਨ ਆਈਸ ਕਸਟਡੀ ਫਰੋਮ ਪੈਂਡੈਮਿਕ ਕੰਸਿਸਟੈਂਟ ਵਿਦ ਸੈਂਟਰਸ ਆਫ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਗਾਈਡਲਾਈਨਸ। ਉਹਦੇ ਨਾਲ ਅ ਪ੍ਰੋਸੈਸ ਫॉर ਰਿਵਿਊਇੰਗ ਕਸਟਡੀ ਆਫ ਐਵਰੀਵਨ ਇਨ ਆਈਸ ਡਿਟੈਂਸ਼ਨ ਐਂਡ ਕੰਸੀਡਰਿੰਗ ਦ ਰਿਲੀਜ਼। ਅਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਆਪਣੇ ਕੰਡੀਸ਼ਨ ਜਿਹੜੇ ਨੇ ਉਹ ਉਹਨਾਂ ਲੋਕਾਂ ਲਈ ਇੰਪਰੂਵ ਕਰੋ, ਅਤੇ ਜਿਹੜੇ ਬੰਦੇ ਵਾਕਈ ਜਿਨ੍ਹਾਂ ਨੂੰ ਹੈਲਥ ਪ੍ਰੋਬਲਮ ਜ਼ਿਆਦਾ ਹੈਗੀਆਂ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਕਸਟਡੀ ਤੋਂ। ਅਤੇ ਇਹ ਹੁਣ ਜਿਹੜਾ ਕੇਸ ਸੀਗਾ ਇਹ ਚੱਲ ਰਿਹਾ ਸੀ। ਡਿਸਟ੍ਰਿਕਟ ਕੋਰਟ ਨੇ ਆਰਡਰ ਜਾਰੀ ਕੀਤੇ ਸੀ ਜਿਹੜੇ ਕਿ ਇੰਪਲੀਮੈਂਟ ਹੋ ਰਹੇ ਸੀ। ਹੁਣ ਇਹ ਕੇਸ ਚੱਲਦਾ ਅੱਗੇ 9 ਸਰਕਟ 'ਚ ਆ ਗਿਆ, ਅਤੇ 9 ਸਰਕਟ ਨੇ ਕਿਹਾ ਕਿ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ, ਅਤੇ ਉਹਨਾਂ ਨੇ ਮਤਲਬ ਇਹ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਇਹ ਖਤਮ ਕਰ ਦਿੱਤੀਆਂ, ਜਿਹੜੀ ਇੰਜੰਕਸ਼ਨ ਸੀਗੀ ਉਹ ਤੋੜ ਦਿੱਤੀ ਆ। ਹੁਣ ਲੇਕਿਨ ਜਿਹੜੀ ਸਰਕਾਰ ਆ ਉਹ ਆਪਣੇ ਆਪ ਹੀ ਇਹ ਗਾਈਡਲਾਈਨਸ ਫੋਲੋ ਕਰ ਰਹੀ ਆ। ਸੋ ਇਸ ਕੇਸ ਦਾ ਕੋਈ ਜ਼ਿਆਦਾ ਐਡਾ ਅਸਰ ਨਹੀਂ ਪੈਣਾ, ਕਿਉਂਕਿ ਜਿਹੜੀ ਗੌਰਮੈਂਟ ਆ ਇਹ ਤਾਂ ਜਿਹੜੀ ਪਿਛਲੀ ਸਰਕਾਰ ਸੀਗੀ ਉਹਦੇ ਵਾਸਤੇ ਕੋਰਟ ਨੇ ਜਾਰੀ ਕੀਤਾ ਸੀਗਾ, ਕਿਉਂਕਿ ਉਹ ਸਰਕਾਰ ਦੇ ਵਿੱਚ ਐਲੀਗੇਸ਼ਨ ਸੀਗੇ ਕਿ ਜਿਹੜੇ ਡਿਟੈਂਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ ਜ਼ਿਆਦਾ ਕੇਅਰ ਨਹੀਂ ਕੀਤੀ ਜਾਂਦੀ, ਲੋਕਾਂ ਦੀ ਟੇਕ ਕੇਅਰ ਨਹੀਂ ਹੁੰਦੀ। ਪਰ ਇਹ ਜਿਹੜੀ ਸਰਕਾਰ ਆ ਇਹਦੇ ਵਿੱਚ ਉਹ ਕਹਿ ਰਹੇ ਆ ਕਿ ਆਲਰੇਡੀ ਕਰ ਰਹੇ ਆ, ਸੋ ਇਹਦੇ ਵਿੱਚ ਇਹਦੀ ਜ਼ਿਆਦਾ ਜਿਹੜੀ ਆ ਉਹ ਫਰਕ ਨਹੀਂ ਪੈਣਾ ਜੇ ਲਿਫਟ ਵੀ ਕਰਤੀਆਂ। ਈਵਨ ਦੈਨ ਆਈਸ ਆਪਣੇ ਤੌਰ 'ਤੇ ਜਿਹੜੀ ਹੈਗੀ ਆ ਉਹ ਟੇਕ ਕੇਅਰ ਹੁਣ ਕਰ ਰਹੇ ਨੇ। ਖਾਸ ਕਰਕੇ ਹੁਣ ਜਿਹੜੇ ਬੰਦੇ ਫੈਮਲੀਜ਼ ਨਾਲ ਆਉਂਦੇ ਆ, ਛੋਟੇ ਬੱਚਿਆਂ ਨਾਲ ਆਉਂਦੇ ਆ ਜਾਂ ਓਲਡਰ ਹੁੰਦੇ, ਉਹਨਾਂ ਨੂੰ ਆਲਮੋਸਟ 72 ਘੰਟੇ ਦੇ ਵਿੱਚ ਰਿਲੀਜ਼ ਕਰ ਦਿੱਤਾ ਜਾਂਦਾ, ਅਤੇ ਬਾਕੀ ਜਿਹੜੀਆਂ ਕੰਡੀਸ਼ਨਸ ਹੈਗੀਆਂ ਉਹ ਅੱਗੇ ਨਾਲੋਂ ਬੈਟਰ ਨੇ। ਸੋ ਇਸ ਕਰਕੇ ਇਹਦਾ ਇੰਨਾ ਜ਼ਿਆਦਾ ਇੰਪੈਕਟ ਨਹੀਂ ਪੈਣਾ। ਦੂਜੀ ਜਿਹੜੀ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਬਾਰਡਰ ਪੈਟਰੋਲ ਤੋਂ, ਕਿ ਬਾਰਡਰ ਪੈਟਰੋਲ ਨੇ 2021 ਦੇ ਵਿੱਚ 1.66 ਮਿਲੀਅਨ ਬੰਦਿਆਂ ਨੂੰ ਅਮਰੀਕਾ 'ਚ ਐਂਟਰ ਕਰਨ ਵੇਲੇ ਰੋਕਿਆ। ਸੋ ਇਹ ਕਹਿੰਦੇ ਵੀ ਰੈਕਡ ਨੰਬਰ ਆ ਕਿ ਦ ਬਾਰਡਰ ਪੈਟਰੋਲ ਏਜੰਟਸ ਡਿਟੇਨਡ ਅਬਾਊਟ 1.66 ਮਿਲੀਅਨ ਇਲੀਗਲ ਇਮੀਗ੍ਰੈਂਟਸ ਐਟ ਸਦਰਨ ਬਾਰਡਰ ਫॉर ਦ ਫਿਸਕਲ ਈਅਰ ਐਂਡਿੰਗ ਇਨ ਸੈਪਟੈਂਬਰ। ਸੋ ਇਹ ਜਿਹੜਾ 2021 ਦੇ ਵਿੱਚ ਇੰਨੇ ਬੰਦਿਆਂ ਨੂੰ ਇੱਥੇ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਉਹ ਰੋਕਿਆ ਗਿਆ, ਜਿਹੜੇ ਬੰਦੇ ਕਿ ਇੱਥੇ ਐਂਟਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਅਤੇ ਉਹ ਕਹਿ ਰਹੇ ਨੇ ਕਿ ਏਜੰਟਸ ਐਨਕਾਊਂਟਰਡ 192,000 ਮਾਈਗਰੈਂਟਸ ਐਟ ਦ US ਮੈਕਸੀਕੋ ਬਾਰਡਰ ਇਨ ਸੈਪਟੈਂਬਰ ਲੋਨ। ਸਤੰਬਰ ਦੇ ਮਹੀਨੇ ਇਕੱਲੇ 1,92,000 ਬੰਦਿਆਂ ਨੂੰ ਆਉਣ ਤੋਂ ਰੋਕਿਆ ਗਿਆ। ਅਤੇ ਅਗਸਤ ਦੇ ਵਿੱਚ ਤੇ ਸੀਗੇ 2,09,000 ਅਤੇ ਜੁਲਾਈ ਸੀ 2,13,000 ਜਿਹੜੇ ਬੰਦਿਆਂ ਨੇ ਇੱਥੇ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਆ। ਅਤੇ ਇਹਨਾਂ ਵਿੱਚੋਂ ਕਾਫੀ ਬੰਦਿਆਂ ਨੂੰ ਟਾਈਟਲ 42 ਲਾ ਕੇ ਮੋੜਿਆ ਗਿਆ,
ਕਿਉਂਕਿ ਉਹ ਹੁੰਦਾ ਵੀ ਜੇ ਕੋਈ ਹੈਲਥ ਇੱਥੇ ਕੰਡੀਸ਼ਨਸ ਹੋਣ ਉਹਦੇ ਕਰਕੇ ਵਾਪਸ ਕਰ ਸਕਦੇ ਆ। ਤੇ ਬਾਕੀ ਕਾਫੀਆਂ ਨੂੰ ਜਿਹੜਾ ਹੈਗਾ ਉਹ ਛੱਡ ਦਿੱਤਾ ਗਿਆ। ਤੇ ਉਹ ਕਹਿੰਦੇ ਆ ਕਿ ਇਹਨਾਂ ਚੋਂ 1,45,000 ਉਹ ਬੰਦੇ ਨੇ ਜਿਹੜੇ ਕਿ ਬੱਚਿਆਂ ਨਾਲ ਆਏ ਸੀਗੇ ਤੇ ਜਿਹੜੇ ਕਿ ਇੱਥੇ ਮਾਈਨਰ ਬੱਚਿਆਂ ਦੇ ਨਾਲ ਆਏ ਸੀ। ਤੇ ਇਹਨਾਂ ਵਿੱਚੋਂ 30,000 ਹੇਟੀ ਤੋਂ ਮਾਈਗਰੈਂਟਸ ਆਏ ਸੀਗੇ, ਉਹ ਵੀ ਇਹਦੇ ਵਿੱਚ ਇਨਕਲੂਡਡ ਨੇ। ਤੇ ਇਹਨਾਂ ਵਿੱਚੋਂ ਕਾਫੀ ਬੰਦਿਆਂ ਨੂੰ ਜਿਹੜਾ ਉਹ ਰਿਲੀਜ਼ ਵੀ ਕੀਤਾ ਗਿਆ ਤੇ ਮੋੜਿਆ ਵੀ ਗਿਆ। ਪਰ ਜਿਹੜਾ ਅਮਰੀਕਾ ਦੇ ਵਿੱਚ ਰਿਲੀਜ਼ ਵੀ ਕਾਫੀ ਜਿਹੜੀ ਹੈਗੀ ਲੰਬੀ ਚੌੜੀ ਲਿਸਟ ਆ ਜਿਨ੍ਹਾਂ ਨੂੰ ਕਿ ਰਿਲੀਜ਼ ਕੀਤਾ ਗਿਆ। ਬਹੁਤ ਲਾਰਜ ਨੰਬਰਸ ਦੇ ਵਿੱਚ ਅਮਰੀਕਾ ਆਉਣ ਦੀ ਜਿਹੜੀ ਹੈਗੀ ਆ ਉਹ ਆਗਿਆ ਦਿੱਤੀ ਗਈ। ਇਸ ਤੋਂ ਬਾਅਦ ਅਗਲੀ ਜਿਹੜੀ ਖਬਰ ਆ ਉਹ ਹੈਗੀ ਆ ਕਿ ਸਰਕਾਰ ਨੇ ਅਨਾਊਂਸ ਕੀਤਾ ਕਿ ਅਸੀਂ ਜਿਹੜੀ ਮਾਈਗਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ ਹੈਗੀ ਜਿਹਦੇ ਤਹਿਤ ਕਿ ਰਮੇਨ ਇਨ ਮੈਕਸੀਕੋ ਜਿਹੜੀ ਪਾਲਿਸੀ ਆ ਉਹ ਇੰਪਲੀਮੈਂਟ ਹੋਣੀ ਆ, ਉਹਨੂੰ ਇੰਪਲੀਮੈਂਟ ਅਸੀਂ ਕਰਨ ਜਾ ਰਹੇ ਹਾਂ। ਕਿਉਂਕਿ ਕੋਰਟ ਦਾ ਆਰਡਰ ਆ, ਕੋਰਟ ਦੇ ਵਿੱਚ ਕੇਸ ਕੀਤਾ ਸੀਗਾ 2 ਸਟੇਟਾਂ ਨੇ ਤੇ ਉਹ ਕੋਰਟ ਨੇ ਕਿਹਾ ਸੀ ਕਿ ਇਹਨੂੰ ਲਾਗੂ ਕਰੋ ਜਿਹੜੀ ਪਿਛਲੀ ਸਰਕਾਰ ਨੇ ਕੀਤੀ ਸੀ, ਕਿਉਂਕਿ ਇਹਨਾਂ ਨੇ ਉਹ ਪਾਲਿਸੀ ਡਿਸਕੰਟੀਨਿਊ ਕਰਤੀ ਸੀਗੀ ਤੇ ਸੁਪਰੀਮ ਕੋਰਟ ਨੇ ਵੀ ਇਹਦੇ ਤੇ ਕੋਈ ਇੰਟਰਫੀਅਰ ਕਰਨ ਤੋਂ ਜਿਹੜਾ ਹੈਗਾ ਮਨਾ ਕਰਤਾ ਸੀ। ਉਹਦੇ ਕਰਕੇ ਜਿਹੜੀ ਸਰਕਾਰ ਆ ਉਹਨੂੰ ਹੁਣ ਇਹ ਇੰਪਲੀਮੈਂਟ ਕਰਨੀ ਪੈਣੀ ਆ। ਤੇ ਦ ਐਡਮਿਨਿਸਟ੍ਰੇਸ਼ਨ ਅਨਾਊਂਸ ਦੈਟ ਇਟ ਵਿਲ ਰੀਇਨਸਟੇਟ ਦ ਪ੍ਰੋਗਰਾਮ ਇਨ ਮਿਡ ਨਵੰਬਰ। ਉਹ ਕਹਿੰਦੇ ਆ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਮੈਕਸੀਕੋ ਦੇ ਨਾਲ, ਜੇ ਮੈਕਸੀਕੋ ਮੰਨ ਗਿਆ ਤਾਂ ਨਵੰਬਰ ਦੇ ਅੱਧ ਤੋਂ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਇੰਪਲੀਮੈਂਟ ਹੋ ਜਾਏਗਾ। ਤੇ ਜਿਹੜੀ ਪਿਛਲੀ ਸਰਕਾਰ ਸੀਗੀ ਉਹਦੇ ਅੰਡਰ 70,000 ਬੰਦਿਆਂ ਨੂੰ ਤਕਰੀਬਨ ਮੈਕਸੀਕੋ ਵਾਪਸ ਭੇਜਿਆ ਗਿਆ ਇਸ ਪ੍ਰੋਗਰਾਮ ਅਧੀਨ ਤੇ ਉਹਨਾਂ ਦੇ ਕੇਸ ਉੱਥੇ ਹੀ ਉਹਨਾਂ ਨੇ ਲੜੇ ਤੇ ਉਹਨਾਂ ਵਿੱਚੋਂ ਜਿਹੜਾ ਹੈਗਾ ਕੋਈ ਖਾਸ ਵਾਪਸ ਨਹੀਂ ਆਇਆ, ਉਹ ਬੰਦੇ ਸਾਰੇ ਡਿਪੋਰਟ ਹੀ ਹੋਏ ਆ। ਤੇ ਲੇਕਿਨ ਜਿਹੜਾ ਉੱਥੇ ਗ੍ਰਾਂਟ ਰੇਟ ਆ ਅਸੈਲਮ ਦਾ ਉਹ ਬਿਲੋ 1% ਆ। ਤੁਸੀਂ ਦੇਖ ਲਓ ਵੀ 70,000 ਬੰਦਿਆਂ ਨੂੰ ਸਿਰਫ 521 ਬੰਦਿਆਂ ਨੂੰ ਅਸੈਲਮ ਗ੍ਰਾਂਟ ਹੋਇਆ, ਬਾਕੀ ਸਾਰਿਆਂ ਨੂੰ ਜਿਹੜਾ ਹੈਗਾ ਉਹ ਡਿਪੋਰਟ ਹੀ ਕੀਤਾ ਗਿਆ ਉੱਥੋਂ। 1% ਤੋਂ ਘੱਟ ਬੰਦਿਆਂ ਦਾ ਕੇਸ ਜਿਹੜੇ ਉੱਥੇ ਰਹਿੰਦੇ ਉਹ ਪਾਸ ਹੁੰਦੇ ਆ। ਤੇ ਇਹਨਾਂ ਨੇ ਜਦੋਂ ਇਹ ਸਰਕਾਰ ਬਣੀ ਸੀ ਇਹਨਾਂ ਨੇ ਇਹ ਜਿਹੜੀ ਪਾਲਿਸੀ ਆ ਡਿਸਕੰਟੀਨਿਊ ਕਰਤੀ ਸੀਗੀ, ਪਰ ਹੁਣ ਦੁਬਾਰਾ ਕੋਰਟ ਦੇ ਆਰਡਰ ਅਧੀਨ ਇਹ ਜਿਹੜੇ ਹੈਗੇ ਆ ਇਹਨੂੰ ਉਹਨਾਂ ਨੇ ਦੁਬਾਰਾ ਰੀਇਨਸਟੇਟ ਕਰਨਾ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਤੇ ਮਿਡ ਨਵੰਬਰ ਤੋਂ ਇਹਨੂੰ ਰੀਇਨਸਟੇਟ ਜਿਹੜਾ ਹੈਗਾ ਉਹ ਕਰ ਦਿੱਤਾ ਜਾਏਗਾ ਜੇ ਮੈਕਸੀਕੋ ਇਹਦੇ ਤੇ ਅਗਰੀ ਕਰੇਗਾ। ਸੋ ਇਹ ਵੀ ਇੱਕ ਇੰਪੋਰਟੈਂਟ ਖਬਰ ਆ। ਤੇ ਇਹਦੇ ਨਾਲ ਨਾਲ ਜਿਹੜੀ ਅਗਲੀ ਹੈਗੀ ਆ ਉਹ ਖਬਰ ਆਈਸ ਬਾਰੇ ਆ ਉਹ ਵੀ। ਤੇ ਉਹਦੇ 'ਚ ਕੀ ਆ ਕਿ ਰਿਪੋਰਟ ਆਈ ਹੈ ਇੱਕ ਔਨ ਅਕਟੋਬਰ 13 ਦਾ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਫਿਸ ਆਫ ਇੰਸਪੈਕਟਰ ਜਨਰਲ, ਜਿਹੜਾ ਇੰਸਪੈਕਟਰ ਜਨਰਲ ਹੁੰਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ, ਉਹਨਾਂ ਨੇ ਰਿਪੋਰਟ ਜਾਰੀ ਕੀਤੀ ਆ। ਤੇ ਉਹਨਾਂ ਨੇ ਕਿਹਾ ਵੀ ਆਈਸ ਨੇ ਜਿਹੜੇ ਸੋਲਿਟਰੀ ਮਤਲਬ ਕਨਫਾਈਨਮੈਂਟ 'ਚ ਬੰਦੇ ਰੱਖੇ ਤੇ ਉਹਨਾਂ ਨੂੰ ਮਤਲਬ ਪਿਛਲੇ ਟਾਈਮ ਦੁਆਰਾ ਬਹੁਤ ਜ਼ਿਆਦਾ ਉਹਨਾਂ ਤੇ ਜਿਹੜਾ ਹੈਗਾ ਉਹ ਉਹਨਾਂ ਦੇ ਹਿਊਮਨ ਰਾਈਟ ਦੀ ਵਾਇਲੇਸ਼ਨ ਕੀਤੀ ਗਈ ਤੇ ਉਹਨਾਂ ਦਾ ਬੁਰਾ ਵਿਹਾਰ ਕੀਤਾ ਗਿਆ। ਤੇ ਰਿਪੋਰਟ ਦੇ ਵਿੱਚ ਇਹ ਲਿਖਿਆ ਗਿਆ ਕਿ ਇਹਨਾਂ 'ਚ ਕਾਫੀ ਬੰਦਿਆਂ ਨੂੰ ਇਹਨਾਂ ਨੇ ਜਿਹੜਾ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਸੈਗਰੀਗੇਟ ਕੀਤਾ ਤੇ ਇਹਨਾਂ ਨੇ ਉਹਨਾਂ ਦੀ ਜਿਹੜੀ ਰਿਕਾਰਡ ਸੀ ਉਹ ਵੀ ਨਹੀਂ ਰੱਖਿਆ ਵੀ ਕਿਉਂ ਕੀਤਾ ਗਿਆ ਉਹਦੇ 'ਚ। ਤੇ ਜਿਹੜੀਆਂ ਫੈਸਿਲਿਟੀ ਸੀਗੀਆਂ ਡਿਟੈਂਸ਼ਨ ਦੀਆਂ ਜਿੱਥੇ ਬੰਦੇ ਰੱਖੇ ਜਾਂਦੇ ਸੀ ਉਹਨਾਂ ਦਾ ਵੀ ਉਹ ਕਹਿੰਦੇ ਆ ਵੀ ਉੱਥੇ ਕੰਡੀਸ਼ਨ ਬਹੁਤ ਮਾੜੇ ਸੀਗੇ ਤੇ ਰਿਕਾਰਡ ਸਾਰੇ ਜਿਹੜੇ ਹੈਗੇ ਉਹ ਡਿਸਟਰੋਏ ਕਰ ਦਿੱਤੇ ਗਏ ਤੇ ਉਹ ਰੱਖਿਆ ਨਹੀਂ ਗਿਆ ਰਿਕਾਰਡ ਕੋਈ, ਤੇ ਬਹੁਤ ਘੱਟ ਰਿਕਾਰਡ ਰੱਖਿਆ ਗਿਆ। ਜ਼ਿਆਦਾ ਕੇਸ ਜਿੱਥੇ ਅਬਿਊਜ਼ ਹੁੰਦੇ ਸੀ ਉਹਨਾਂ ਦਾ ਰਿਕਾਰਡ ਉਹ ਡਿਸਟਰੋਏ ਕਰ ਦਿੰਦੇ ਸੀਗੇ। ਤੇ ਉਹ ਇਹ ਕਹਿ ਰਹੇ ਆ ਕਿ 1200 ਤੱਕ ਉਹਨਾਂ ਨੂੰ ਕੰਪਲੇਂਟਾਂ ਆਈਆਂ DHS ਨੂੰ ਔਨਲਾਈਨ ਤੇ ਉਹਦੇ ਵਿੱਚ ਉਹਨਾਂ ਨੇ ਜਿਹਦੇ ਤਹਿਤ ਇਨਵੈਸਟੀਗੇਸ਼ਨ ਹੋਈ ਤੇ ਉਹਨਾਂ 'ਚ ਕਿਹਾ ਗਿਆ ਕਿ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਸੋਲਿਟਰੀ ਕਨਫਾਈਨਮੈਂਟ 'ਚ ਰੱਖਿਆ ਗਿਆ ਬਿਨਾਂ ਵਜ੍ਹਾ, ਉਹਨਾਂ ਨੂੰ ਮੈਡੀਕਲ ਜਿਹੜੀ ਹੈਗੀਆਂ ਆਪਣੇ ਦਵਾਈਆਂ ਵਗੈਰਾ ਉਹ ਨਹੀਂ ਦਿੱਤੀਆਂ ਗਈਆਂ, ਫੂਡ ਸ਼ਾਵਰ ਇਹ 'ਚ ਵੀ ਤੰਗੀ ਕੀਤੀ ਗਈ, ਫੂਡ ਨਹੀਂ ਪ੍ਰੋਪਰ ਮਿਲਿਆ, ਸ਼ਾਵਰ ਨਹੀਂ ਲੈਣ ਦਿੱਤਾ ਗਿਆ, ਠੰਡ 'ਚ ਰੱਖਿਆ ਗਿਆ, ਜਿੱਥੇ ਠੰਡ ਸੀਗੀ ਉੱਥੇ ਗਰਮ ਜਿਹੜੇ ਕੱਪੜੇ ਵਗੈਰਾ ਨਹੀਂ ਦਿੱਤੇ ਗਏ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਉਹ ਕਹਿੰਦੇ ਵੀ ਅਬਿਊਜ਼ ਜਿਹੜਾ ਉਹ ਪਿਛਲੀ ਸਰਕਾਰ ਦੌਰਾਨ ਕੀਤਾ ਗਿਆ। ਤੇ ਉਹ ਰਿਪੋਰਟ ਜਿਹੜੀ ਆ ਉਹ ਵੀ ਹੁਣ ਹੋਈ ਆ ਪਬਲਿਸ਼ ਤੇ ਹੁਣ ਦੇਖਦੇ ਆ ਕਿ ਇਹਨੂੰ ਸਰਕਾਰ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਇਹਨੂੰ ਇੰਪਰੂਵਮੈਂਟ ਜਿਹੜੇ ਹੈਗੇ ਇਹਨਾਂ ਕੰਡੀਸ਼ਨਸ ਨੂੰ ਕਰਦੀ ਆ, ਕਿਉਂਕਿ ਇਹ ਸਰਕਾਰ ਦੀ ਡਿਊਟੀ ਹੁੰਦੀ ਆ ਕਿ ਜਿਹੜੇ ਬੰਦੇ ਇੱਥੇ ਆਉਂਦੇ ਹੈਗੇ ਉਹਨਾਂ ਨੂੰ ਘੱਟੋ ਘੱਟ ਜਿਹੜੇ ਬੇਸਿਕ ਫੈਸਿਲਿਟੀਜ਼ ਹੈਗੀਆਂ ਜਿਹੜੀਆਂ ਕਿ ਹਿਊਮਨ ਰਾਈਟ ਜਿਹੜੇ ਹਰੇਕ ਬੰਦੇ ਨੇ ਉਹਨਾਂ ਨੂੰ ਆਨਰ ਕੀਤਾ ਜਾਵੇ, ਉਹਦੇ ਮੁਤਾਬਕ ਜਿਹੜੀਆਂ ਬੇਸਿਕ ਫੈਸਿਲਿਟੀਜ਼ ਹੈਗੀਆਂ ਉਹ ਪ੍ਰੋਵਾਈਡ ਕੀਤੀਆਂ ਜਾਣ। ਇਸ ਤੋਂ ਇਲਾਵਾ ਜਿਹੜਾ ਅਗਲਾ ਸਵਾਲ ਕਈ ਬੰਦਿਆਂ ਨੇ ਮਤਲਬ ਇਹਦੇ ਬਾਰੇ ਸਾਨੂੰ ਪੁੱਛੇ ਵੀ ਸੀ, ਉਹ ਇੰਟਰਨੈਸ਼ਨਲ ਟਰੈਵਲ ਤੋਂ ਆਪਾਂ ਲਾਸਟ ਟਾਈਮ ਦੱਸਿਆ ਸੀ ਕਿ ਇੰਟਰਨੈਸ਼ਨਲ ਜਿਹੜੀ ਟਰੈਵਲ ਆ ਖਾਸ ਕਰਕੇ ਇੰਡੀਆ ਤੋਂ ਜਾਂ ਚਾਈਨਾ ਤੋਂ ਜਾਂ ਹੋਰਾਂ ਕੰਟਰੀਆਂ ਤੋਂ ਜਿੱਥੇ ਉਹਦੀ ਬੰਦ ਸੀਗੀ ਉਹ 8 ਨਵੰਬਰ ਤੋਂ ਖੁੱਲ੍ਹ ਰਹੀ ਆ। ਸੋ 8 ਨਵੰਬਰ ਤੋਂ ਬਾਅਦ ਜਿਹੜੇ
ਵਿਜ਼ਟਰ ਵੀਜ਼ੇ ਵਗੈਰਾ ਹੈਗੇ ਜਿਹੜੇ ਬੰਦਿਆਂ ਕੋਲ ਆ ਸਕਦੇ ਆ, ਨਵੇਂ ਬੰਦੇ ਵੀ ਅਪਲਾਈ ਕਰ ਸਕਣਗੇ ਤੇ ਉਹਨਾਂ ਨੂੰ ਜਿਹੜੀ ਹੈਗੀ ਨੈਗੇਟਿਵ ਰਿਪੋਰਟ ਲੈਣੀ ਪਊਗੀ ਟੈਸਟ ਕਰਾ ਕੇ, ਤੇ ਨਾਲੇ ਉਹਨਾਂ ਨੂੰ ਜਿਹੜਾ ਹੈਗਾ ਉਹ ਇਹ ਜਿਹੜਾ ਸਾਬਤ ਕਰਨਾ ਪਊਗਾ ਕਿ ਉਹਨਾਂ ਨੇ ਜਿਹੜੀ ਹੈਗੀ ਆ ਉਹ ਵੈਕਸੀਨੇਸ਼ਨ ਕਰਾਈ ਆ। ਤੇ ਉਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਉਹ ਹੈਗੀ ਆ ਕਿ ਸੁਪਰੀਮ ਕੋਰਟ ਨੇ ਜਿਹੜਾ ਉਹ ਟੈਕਸਸ ਦਾ ਕੇਸ ਚੱਲਦਾ ਸੀ, ਜਿਹੜਾ ਅਬੋਰਸ਼ਨ ਬੈਨ ਵਾਲਾ, ਉਹ ਬੜਾ ਇੰਪੋਰਟੈਂਟ ਆ ਇੱਥੇ ਅਮਰੀਕਾ ਦੇ ਵਿੱਚ। ਇਹਦੇ ਬਾਰੇ ਆਪਾਂ ਬਾਰ-ਬਾਰ ਜ਼ਿਕਰ ਤਾਂ ਕਰਦੇ ਹਾਂ ਕਿਉਂਕਿ ਉਹ ਇਸ ਟਾਈਮ ਦੇ ਉੱਤੇ ਸਭ ਤੋਂ ਇੰਪੋਰਟੈਂਟ ਕੇਸ ਜਿਹੜਾ ਹੈਗਾ ਲੀਗਲ ਕਮਿਊਨਿਟੀ ਦੇ ਵਿੱਚ ਉਹੀ ਚੱਲ ਰਿਹਾ, ਤੇ ਉਹਦੇ ਵਿੱਚ ਸੁਪਰੀਮ ਕੋਰਟ ਨੇ ਕਹਿਤਾ ਵੀ ਅਸੀਂ ਇਹ ਕੇਸ ਸੁਣਾਂਗੇ। ਤੇ ਹੁਣ ਸੁਪਰੀਮ ਕੋਰਟ ਇਹਦੇ ਵਿੱਚ ਆਰਗੂਮੈਂਟ ਸੁਣੇਗਾ। ਇਹ ਜਿਹੜਾ ਹੈਗਾ ਟੈਕਸਸ ਨੇ ਇੱਕ ਲਾਅ ਬਣਾਇਆ ਸੀ ਕਿ ਜਿਹੜਾ ਅਬੋਰਸ਼ਨ ਜਿਹੜੀ ਹੈਗੀ ਉਹ 6 ਹਫ਼ਤੇ ਤੋਂ ਬਾਅਦ ਜੇ ਹੋਵੇ ਪ੍ਰੈਗਨੈਂਸੀ ਤਾਂ ਅਬੋਰਸ਼ਨ ਨਹੀਂ ਕਰਾਈ ਜਾ ਸਕਦੀ। ਉਹ ਇੱਕ ਕੋਰਟ ਨੇ ਰੋਕਤਾ ਸੀ, ਡਿਸਟ੍ਰਿਕਟ ਕੋਰਟ ਨੇ। ਉਹ ਤੋਂ ਬਾਅਦ ਜਿਹੜੀ ਸਰਕਟ ਕੋਰਟ ਆ ਉਹਨੇ ਫੇਰ ਲਾਓ ਕਰਤਾ, ਤੇ ਹੁਣ ਜਿਹੜਾ ਹੈਗਾ ਉਹ ਇਸ ਤੋਂ ਉੱਤੇ ਸੁਪਰੀਮ ਕੋਰਟ ਨੇ ਕਿਹਾ ਵੀ ਅਸੀਂ ਸੁਣਾਂਗੇ, ਕਿਉਂਕਿ ਜਿੰਨੇ ਵੀ ਵੱਖਰੇ ਵੱਖਰੇ ਉਹਦੇ ਗਰੁੱਪਸ ਨੇ ਇੰਕਲੂਡਿੰਗ ਜਿਹੜੀ ਕਿ ਸਰਕਾਰ ਆ ਬਾਈਡਨ ਦੀ, ਉਹਨਾਂ ਦਾ ਸਟੈਂਡ ਆ ਵੀ ਲਾਅ ਜਿਹੜਾ ਬਹੁਤ ਜ਼ਿਆਦਾ ਰਿਸਟ੍ਰਿਕਟਿਵ ਹੈ, ਬਹੁਤ ਜ਼ਿਆਦਾ ਸਖਤ ਆ, ਤੇ ਇਹ ਜਿਹੜੇ ਲੋਕਾਂ ਦੇ ਬੁਨਿਆਦੀ ਅਧਿਕਾਰ ਨੇ ਉਹਨਾਂ ਨੂੰ ਇਨਫਰਿੰਜ ਕਰਦਾ। ਤੇ ਇਸ ਕਰਕੇ ਇਹ ਲਾਅ ਜਿਹੜਾ ਹੈਗਾ ਇਹਦੀ ਇੱਥੇ ਕੋਈ ਜਗ੍ਹਾ ਨਹੀਂ। ਖਾਸ ਕਰਕੇ ਰੋ ਵਰਸਸ ਵੇਡ ਇੱਕ ਸੁਪਰੀਮ ਕੋਰਟ ਦਾ ਡਿਸੀਜਨ ਸੀਗਾ 70s ਦਾ, ਬਹੁਤ ਪੁਰਾਣਾ। ਉਹਦੇ ਮੁਤਾਬਕ ਉਹਨਾਂ ਨੇ ਇਹ ਜਿਹੜਾ ਇਸ਼ੂ ਹੈ ਇਹਨੂੰ ਐਕਸਟੈਂਸਿਵਲੀ ਉਹਦੇ ਵਿੱਚ ਡੀਲ ਕੀਤਾ ਸੀ, ਤੇ ਉਹਦੇ ਵੀ ਅਗੇਂਸਟ ਜਾਂਦਾ। ਸੋ ਹੁਣ ਸੁਪਰੀਮ ਕੋਰਟ ਕੋਲ ਦੁਬਾਰਾ ਜਿਹੜਾ ਹੈਗਾ ਇਹ ਕੇਸ ਗਿਆ, ਤੇ ਹੁਣ ਸੁਪਰੀਮ ਕੋਰਟ ਸੁਣੇਗੀ। ਹੁਣ ਦੇਖਦੇ ਹਾਂ ਕਿ ਕਦੋਂ ਇਹਨੂੰ ਸੁਣਦੇ ਆ ਤੇ ਕੀ ਇਹਦੇ ਤੇ ਜਿਹੜਾ ਫੈਸਲਾ ਹੁੰਦਾ। ਅਗਲੀ ਜਿਹੜੀ ਖਬਰ ਹੈਗੀ ਆ ਉਹ ਹੈਗੀ ਆ ਪੋਲੀਟੀਕਲ ਅਸਾਈਲਮ ਦੇ ਕੇਸਾਂ ਬਾਰੇ। ਜਿਹੜੇ ਪੋਲੀਟੀਕਲ ਅਸਾਈਲਮ ਦੇ ਕੇਸ ਨੇ ਉਹਨਾਂ ਵਿੱਚ ਕਾਫੀ ਜ਼ਿਆਦਾ ਹੁਣ ਲੋਕਾਂ ਨੂੰ ਪੀਡੀ ਆਫਰ ਹੋ ਰਹੀ ਆ, ਤੇ ਉਹਦਾ ਮਤਲਬ ਇਹ ਹੈਗਾ ਕਿ ਜੇ ਉਹਦੇ ਸਰਟਨ ਫੈਕਟਰਸ ਹੁੰਦੇ ਨੇ, ਜੇ ਉਹ ਬੰਦਾ ਕੁਆਲੀਫਾਈ ਕਰਦਾ ਹੋਵੇ, ਉਹਨਾਂ ਵਿੱਚ ਇਹ ਵੀ ਆ ਵੀ ਕਿੰਨੀ ਦੇਰ ਤੋਂ ਰਹਿ ਰਿਹਾ, ਇੱਥੇ ਕ੍ਰਾਈਮ ਨਾ ਕੀਤਾ ਹੋਵੇ ਜਾਂ ਬਾਹਰ ਕੋਈ ਕ੍ਰਾਈਮ ਨਾ ਕੀਤਾ ਹੋਵੇ, ਤੇ ਉਹ ਤੋਂ ਇਲਾਵਾ ਉਹਦਾ ਜਿਹੜਾ ਹੈਗਾ ਉਹ ਇੱਥੇ ਕੰਮ ਕਰਦਾ ਹੋਵੇ ਕੋਈ ਉਹ, ਜਾਂ ਉਹਦੀ ਏਜ ਕੀ ਹੈ। ਸਾਰੇ ਫੈਕਟਰਸ ਜੇ ਉਹ ਕੰਸੀਡਰ ਹੋਣ ਤਾਂ ਪੀਡੀ ਆਫਰ ਕਰ ਰਹੇ ਨੇ ਜੱਜ, ਤੇ ਸਰਕਾਰੀ ਵਕੀਲ ਵੀ ਅਗਰੀ ਕਰ ਜਾਂਦੇ ਨੇ, ਤੇ ਉਹਦੇ ਨਾਲ ਇਹ ਹੁੰਦਾ ਵੀ ਕੇਸ ਹੋਲਡ ਤੇ ਪੈ ਜਾਂਦਾ, ਵਰਕ ਪਰਮਿਟ ਮਿਲੀ ਜਾਂਦਾ, ਤੇ ਜਦੋਂ ਮਰਜ਼ੀ ਤੁਸੀਂ ਆਪਣਾ ਕੇਸ ਜੇ ਖਿਲਾਉਣਾ ਹੋਵੇ ਤਾਂ ਫਿਊਚਰ 'ਚ ਖਿਲਾ ਵੀ ਸਕਦੇ ਹੋ। ਪਰ ਕਈ ਕੇਸਾਂ ਦੇ ਮਤਲਬ ਕਾਫੀ ਕੇਸਾਂ ਦੇ ਵਿੱਚ ਪੀਡੀ ਜਿਹੜੀ ਆਫਰ ਹੋ ਰਹੀ ਆ, ਤੇ ਉਹਦਾ ਕਈਆਂ ਨੂੰ ਫਾਇਦਾ ਹੁੰਦਾ ਜਿਨ੍ਹਾਂ ਨੂੰ ਇਹ ਲੱਗਦਾ ਵੀ ਸਾਡਾ ਕੇਸ ਕਮਜ਼ੋਰ ਆ, ਪਾਸ ਨਹੀਂ ਹੋਣ ਵਾਲਾ, ਜਾਂ ਸਾਡਾ ਜੱਜ ਜਿਹੜਾ ਬਹੁਤ ਸਖਤ ਹੈ, ਸਾਨੂੰ ਉਮੀਦ ਆ ਵੀ ਸ਼ਾਇਦ ਨਾ ਪਾਸ ਹੋਵੇ, ਉਹਨਾਂ ਨੂੰ ਇਹਦਾ ਫਾਇਦਾ ਹੁੰਦਾ। ਪਰ ਉਸ ਤਰ੍ਹਾਂ ਜਿਹੜੇ ਕੇਸ ਫਾਰਵਰਡ ਜਾਂਦੇ ਨੇ, ਕੇਸ ਅੱਗੇ ਜਾਂਦੇ ਆ, ਉਹ ਕੇਸ ਜਿਹੜੇ ਲੋਕ ਪੀਡੀ ਨਹੀਂ ਲੈਂਦੇ ਉਹ ਪਾਸ ਵੀ ਬਹੁਤ ਹੁੰਦੇ ਨੇ, ਪਾਸਿੰਗ ਪਰਸੈਂਟੇਜ ਬੜੀ ਆ। ਤੇ ਸਾਡੇ ਆ ਪਿਛਲੇ ਹਫਤੇ 2 ਡੇਟਾਂ ਸੀਗੀਆਂ, ਦੋਨੇ ਹੀ ਕੇਸ ਜਿਹੜੇ ਪਾਸ ਹੋਏ ਆ ਅਸਾਈਲਮ ਦੇ। ਸੋ ਪਾਸ ਵੀ ਹੁਣ ਅਸਾਈਲਮ ਦੇ ਕੇਸ ਕਾਫੀ ਹੋ ਰਹੇ ਨੇ, ਤੇ ਲੇਕਿਨ ਪੀਡੀ ਵੀ ਜਿਹੜੀ ਨਾਲ ਦੀ ਨਾਲ ਆਫਰ ਹੋ ਰਹੀ ਆ, ਤੇ ਉਹ ਵੀ ਕਈ ਕੇਸਾਂ ਦੇ ਵਿੱਚ ਜਿੱਥੇ ਕਿ ਉਹ ਹੁੰਦੀ ਆ ਮੁਨਾਸਬ, ਉੱਥੇ ਉਹ ਜਿਹੜੇ ਹੈਗੇ ਲੋਕ ਲੈ ਸਕਦੇ ਆ। ਇਹਦੇ ਨਾਲ ਨਾਲ ਜਿਹੜੀ ਵਰਕ ਪਰਮਿਟਸ ਦੀ ਆ, ਵਰਕ ਪਰਮਿਟ ਬਹੁਤ ਡਿਲੇ ਨੇ। ਜਿਹੜੇ ਬੰਦੇ ਰਿਨਿਊ ਕਰਾਉਂਦੇ ਆ ਵਰਕ ਪਰਮਿਟ ਨੂੰ, ਅੱਜ ਕੱਲ੍ਹ 8 ਤੋਂ 10 ਮਹੀਨੇ ਵੀ ਲੱਗ ਰਹੇ, ਕਈਆਂ ਨੂੰ ਤਾਂ ਸਾਲ ਵੀ ਲੱਗ ਰਿਹਾ। ਤੇ ਅਸੀਂ ਜਿਹੜੀ ਹੈਗੀ ਸਰਕਾਰ ਨੂੰ ਬੇਨਤੀ ਕੀਤੀ ਆ, ਅਸੀਂ ਉਹਨਾਂ ਨੂੰ ਐਪਲੀਕੇਸ਼ਨ ਵੀ ਪਾਈ ਆ ਰਿਟਨ ਵੀ ਇਹਨੂੰ ਜਲਦੀ ਕਰੋ, ਇਹ ਬਹੁਤ ਜ਼ਿਆਦਾ ਡਿਲੇ ਆ, 10 ਤੋਂ 12 ਮਹੀਨੇ ਰਿਨਿਊ ਕਰਾਉਣ ਦੇ ਵਿੱਚ, ਤੇ ਇਹ ਇੰਨੀ ਡਿਲੇ ਨਹੀਂ ਹੋਣੀ ਚਾਹੀਦੀ, ਪਰ ਇੰਨਾ ਟਾਈਮ ਲੱਗ ਰਿਹਾ। ਤੇ ਜਿਹੜੇ ਰਿਨਿਊ ਕਰਾਉਣ ਵਾਲੇ ਆ ਉਹ ਵਿਚਾਰੇ ਡਿੱਕੀ ਜਾਂਦੇ ਆ, ਉਹਨਾਂ ਨੂੰ ਜਿਹੜੀ ਉਹ 6 ਮਹੀਨੇ ਦੀ ਲੈਟਰ ਹੁੰਦੀ ਆ ਉਹੀ ਐਕਸਪਾਇਰ ਹੋ ਜਾਂਦੀ ਹੈ, ਉਸ ਤੋਂ ਬਾਅਦ ਲਾਇਸੈਂਸ ਦੀ ਪ੍ਰੋਬਲਮ ਆ ਜਾਂਦੀ। ਜਾਂ ਤਾਂ ਉਹ ਲੈਟਰ ਹੀ ਸਾਲ ਦੀ ਦੇ ਦੇਣ, ਤੇ ਜੇ ਸਾਲ ਹੀ ਲੱਗਣਾ ਤੇ ਘੱਟੋ ਘੱਟ ਬੰਦਾ ਕੰਮ ਤਾਂ ਕਰ ਸਕੇ ਉਨੀ ਦੇਰ, ਜਾਂ ਆਪਣਾ ਲਾਇਸੈਂਸ ਰਿਨਿਊ ਕਰਾ ਸਕੇ। ਲੈਟਰ ਐਕਸਪਾਇਰ ਹੋ ਜਾਂਦੀ ਆ, ਉਸ ਤੋਂ ਬਾਅਦ ਮੁੜ ਕੇ ਇੰਨਾ ਟਾਈਮ ਲੱਗਦਾ। ਉਹਦੇ ਬਾਰੇ ਅਸੀਂ ਜਿਹੜੀ ਆ ਉਹ ਗੱਲਬਾਤ ਕੀਤੀ ਆ। ਪਿਛਲੇ ਵੀਕਐਂਡ ਅਸੀਂ ਸੈਨੇਟਰ ਸੀਗੇ ਨਿਊ ਜਰਸੀ ਦੇ ਕੋਰੀ ਬੁੱਕਰ, ਉਹਨਾਂ ਨਾਲ ਸਾਡੀ ਇੱਕ ਮੀਟਿੰਗ ਸੀਗੀ, ਤੇ ਉਹਦੇ ਵਿੱਚ ਅਸੀਂ ਇਹ ਮਸਲਾ ਮੈਂ ਉਠਾਇਆ ਉਹਨਾਂ ਕੋਲ। ਇੱਕ ਤਾਂ ਜਿਹੜੀ ਅੰਬੈਸੀ ਇੰਡੀਆ ਦੇ ਵਿੱਚ ਬੰਬੇ ਜਾਣਾ ਪੈਂਦਾ ਪੰਜਾਬ ਵਾਲਿਆਂ ਨੂੰ, ਜਿਹਦੇ ਬਾਰੇ ਕੋਸ਼ਿਸ਼ ਕਰ ਰਹੇ ਹਾਂ ਅਸੀਂ। ਉਹਨਾਂ ਨੂੰ ਕਿਹਾ ਵੀ ਉੱਥੇ ਬਹੁਤ ਔਖਾ ਜਾਣਾ, ਦਿੱਲੀ ਹੋਣਾ ਚਾਹੀਦਾ ਜੋ ਵੀ ਕੰਮਕਾਰ ਆ, ਖਾਸ ਕਰਕੇ ਜਿਹੜੇ ਇਮੀਗ੍ਰੈਂਟ ਵੀਜ਼ੇ ਨੇ ਉਹਨਾਂ ਦੀ ਇੰਟਰਵਿਊਜ਼ ਦਿੱਲੀ ਹੋਣੀਆਂ ਚਾਹੀਦੀਆਂ ਨੇ, ਬੰਬੇ ਜਾਣਾ ਬੜਾ ਔਖਾ। ਉਹਨਾਂ ਨੇ ਕਿਹਾ ਵੀ ਬਿਲਕੁਲ ਠੀਕ ਆ, ਤੇ ਮੈਂ ਇਹਦੇ ਵਿੱਚ ਜਿਹੜਾ ਹੈਗਾ ਉਹ ਕਹੂੰਗਾ ਸਟੇਟ ਡਿਪਾਰਟਮੈਂਟ ਨੂੰ, ਅਸੀਂ ਉਹਨਾਂ ਨੂੰ ਚਿੱਠੀ ਵੀ ਦਿੱਤੀ ਆ, ਉਹ ਫਾਰਵਰਡ ਕਰਨਗੇ, ਤੇ ਇਹਦੇ ਪਿੱਛੇ ਅਸੀਂ ਲੱਗੇ ਹੋਏ ਹਾਂ ਵੀ ਤਾਂ ਕਿ ਦਿੱਲੀ ਜਿਹੜੇ ਇਮੀਗ੍ਰੈਂਟ ਵੀਜ਼ਾ ਦੀ ਜਿਹੜੀ ਇੰਟਰਵਿਊ ਆਵੇ। ਦੂਜਾ ਉਹਨਾਂ ਨੂੰ ਆ ਵੀ ਮਸਲਾ ਉਠਾਇਆ ਕਿ ਜਿਹੜੇ ਅਸਾਈਲਮ ਦੇ ਵਰਕ ਪਰਮਿਟ ਵਗੈਰਾ ਨੇ, ਉਹ ਕਹਿੰਦੇ ਇਹਦੇ ਬਾਰੇ ਮੈਨੂੰ ਡਿਟੇਲ 'ਚ ਰਿਪੋਰਟ ਦਿਓ, ਤਾਂ ਮੈਂ ਇਹਦੇ ਬਾਰੇ ਵੀ ਗੱਲ ਕਰਾਂਗਾ। ਸੋ ਹੁਣ ਇਹ ਆ ਕਿ ਇਸ ਤੋਂ ਇਲਾਵਾ ਜਿਹੜੀ ਸਿਟੀਜ਼ਨਸ਼ਿਪ ਦੀਆਂ ਇੰਟਰਵਿਊਜ਼ ਨੇ ਉਹਨਾਂ 'ਚ ਥੋੜ੍ਹੀ ਜਿਹੀ ਤੇਜ਼ੀ ਆਈ ਆ, ਉਹ ਡੇਟਾਂ ਦੇ ਰਹੇ ਨੇ, ਪਰ ਅੱਗੇ ਉਨੀ ਨਹੀਂ ਆ ਜਿੰਨੀ ਕਿ ਐਕਸਪੈਕਟਡ ਆ। ਉਹਦੇ 'ਚ ਵੀ ਤਕਰੀਬਨ 10 ਤੋਂ 12 ਮਹੀਨੇ ਦਾ ਜਿਹੜਾ ਟਾਈਮ ਆ ਉਹ ਲੱਗ ਰਿਹਾ। ਸੋ ਇਹ ਸੀ ਤੁਹਾਡੇ ਜਿਹੜੇ ਇਸ ਵੀਕ ਦੀਆਂ ਇੰਪੋਰਟੈਂਟ ਖਬਰਾਂ, ਤੇ ਹੁਣ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ।
ਤੇ ਪਹਿਲਾ ਜਿਹੜਾ ਹੈਗਾ ਸਵਾਲ ਉਹ ਇਹ ਆ ਕਿ ਉਹ ਕਹਿ ਰਹੇ ਕਿ F2A ਕੈਟਾਗਰੀ ਜਿਹੜੀ ਆ ਮਾਰਚ 2020 ਦੇ ਵਿੱਚ ਅਸੀਂ ਅਪਲਾਈ ਕੀਤਾ ਸੀ ਤੇ ਰਸੀਦ ਨੋਟਿਸ ਆ ਗਿਆ, ਇਹਨੂੰ ਕਿੰਨਾ ਟਾਈਮ ਲੱਗੂਗਾ। ਦੇਖੋ ਇਸ ਤਰ੍ਹਾਂ ਆ ਕਿ ਜਿਹੜੇ ਇਹ ਕੇਸ ਹੁੰਦੇ ਨੇ ਖਾਸ ਕਰਕੇ ਮੈਰਿਜ ਦੇ, F2A ਕੈਟਾਗਰੀ ਹੋ ਗਈ ਜਾਂ ਜਿਹੜੀਆਂ ਹੈਗੀਆਂ ਦੂਜੀਆਂ ਕੈਟਾਗਰੀਆਂ, ਇਹਨਾਂ ਦੇ ਵਿੱਚ ਹੈ ਤਾਂ ਇਹ ਕਰੰਟ ਆ, ਪਰ ਕਰੰਟ ਦਾ ਮਤਲਬ ਇਹ ਨਹੀਂ ਆ ਕਿ ਇੰਟਰਵਿਊਆਂ ਜਿਹੜੀਆਂ ਰਾਈਟ ਵੇ ਆ ਰਹੀਆਂ ਨੇ ਜਾਂ ਹੋ ਰਿਹਾ ਉਹਨੂੰ ਟਾਈਮ ਲੱਗ ਰਿਹਾ ਅੱਜ ਕੱਲ੍ਹ। ਤੇ ਇਹਨੂੰ F2A ਜਿਹੜੀ ਹੈਗੀ ਕੈਟਾਗਰੀ ਬੇਸਿਕਲੀ ਹੈਗੀ ਸਪਾਊਸਸ ਐਂਡ ਚਿਲਡਰਨ ਆਫ ਪਰਮਾਨੈਂਟ ਰੈਜ਼ੀਡੈਂਟਸ, ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਆ ਤੇ ਕਰੰਟ ਹੈ, ਪਰ ਇਹਨੂੰ ਟਾਈਮ ਲੱਗ ਰਿਹਾ। ਸੋ ਤੁਹਾਨੂੰ ਉਹਨੂੰ ਪਰਸਿਊ ਕਰਨਾ ਪਊਗਾ, ਉਹਨਾਂ ਨੂੰ ਤੁਹਾਨੂੰ ਈਮੇਲ ਕਰਨੀ ਪਊਗੀ ਜਾਂ ਮਤਲਬ ਕਾਲ ਕਰੋ, ਪਰ ਇਹਦੇ 'ਚ ਮਤਲਬ ਕਾਫੀ ਟਾਈਮ ਜਿਹੜਾ ਹੈਗਾ ਲੱਗ ਰਿਹਾ। ਹੁਣ ਕਿੰਨਾ ਕੁ ਬੈਕਲੌਗ, ਉਹਦਾ ਰੀਜ਼ਨ ਇਹ ਹੈ ਕਿ ਬੈਕਲੌਗ ਬਹੁਤ ਆ ਉਹਨਾਂ ਕੋਲ। ਹੁਣ ਉਹ ਬੈਕਲੌਗ ਜਿਹੜਾ ਹੈਗਾ ਉਹ ਹੁਣ ਕਿੰਨੀ ਦੇਰ ਚੱਲੂਗਾ, 6 ਮਹੀਨੇ ਚੱਲੇ ਕਿ ਸਾਲ ਚੱਲੇ ਕਹਿ ਨਹੀਂ ਸਕਦੇ, ਪਰ ਟਾਈਮ ਅੱਗੇ ਨੂੰ ਜ਼ਿਆਦਾ ਜ਼ਰੂਰ ਲੱਗ ਰਿਹਾ। ਇਸ ਤੋਂ ਬਾਅਦ ਜੀ ਅਗਲਾ ਕੇਸ ਹੈਗਾ ਕਿ ਉਹ ਇਹ ਕਹਿ ਰਹੇ ਆ ਕਿ ਜੇ ਕਿਸੇ ਦਾ ਕੇਸ ਹੋਰਾਂ ਸਟੇਟਾਂ 'ਚ ਹੋਵੇ, ਜਿਵੇਂ ਕਿਸੇ ਦਾ ਕੋਈ ਨਬਰਾਸਕਾ ਹੋਵੇ ਜਾਂ ਕਿਸੇ ਹੋਰ ਜਗ੍ਹਾ ਸੈਟਲ, ਤੁਸੀਂ ਇਹਨੂੰ ਹੈਂਡਲ ਕਰਦੇ ਹੋ ਅਸਾਈਲਮ ਦੇ ਕੇਸ? ਹਾਂਜੀ ਅਸੀਂ ਕਰਦੇ ਹਾਂ। ਸਾਡੇ ਜਿਹੜੇ ਦਫ਼ਤਰ ਹੈਗੇ ਉਹ ਕੈਲੀਫੋਰਨੀਆ ਦੇ ਵਿੱਚ 3 ਜਗ੍ਹਾ ਨੇ, ਫਰੀਮਾਉਂਟ, ਸੈਕਰਾਮੈਂਟੋ ਤੇ ਫ੍ਰਿਜ਼ਨੋ। ਉਦੋਂ ਇਲਾਵਾ ਨਿਊਯਾਰਕ ਤੇ ਨਿਊ ਜਰਸੀ ਆ, ਫਿਰ ਬਾਲਟੀਮੋਰ ਸਾਡਾ ਸਬ ਆਫਿਸ ਆ। ਤੇ ਅਸੀਂ ਬਾਕੀ ਸਟੇਟਾਂ ਦੇ ਵਿੱਚ ਵੀ ਜਾਂਦੇ ਹਾਂ, ਅਸੀਂ ਨਬਰਾਸਕਾ ਵੀ ਜਾਂਦੇ ਹਾਂ, ਅਸੀਂ ਯੂਟਾ ਵੀ ਜਾਂਦੇ ਹਾਂ, ਅਸੀਂ ਸਿਆਟਲ ਵਾਸ਼ਿੰਗਟਨ ਵੀ ਜਾਂਦੇ ਹਾਂ, ਪੋਰਟਲੈਂਡ ਵੀ ਜਾਂਦੇ ਹਾਂ, ਡੈਲਸ ਵੀ ਜਾਂਦੇ ਹਾਂ, ਕਾਫੀ ਹਿਊਸਟਨ ਵੀ ਜਾਂਦੇ ਹਾਂ, ਸ਼ਿਕਾਗੋ ਵੀ ਜਾਂਦੇ ਹਾਂ। ਤੋ ਇਹ ਸਾਰੀਆਂ ਕੋਰਟਾਂ 'ਚ ਅਸੀਂ ਆਮ ਤੌਰ 'ਤੇ ਡੇਟਾਂ ਜਿਹੜੀਆਂ ਹੈਗੀਆਂ ਕਰਨ ਉਹ ਜਾਂਦੇ ਹਾਂ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਅਸੀਂ ਸਿਟੀਜ਼ਨਸ਼ਿਪ ਦਾ ਅਪਲਾਈ ਕੀਤਾ ਸੀ ਜਨਵਰੀ 2021 ਦੇ ਵਿੱਚ ਤੇ ਅਜੇ ਇੰਟਰਵਿਊ ਲੈਟਰ ਨਹੀਂ ਆਇਆ। ਇਹਦੇ ਬਾਰੇ ਮੈਂ ਦੱਸ ਕੇ ਹਟਿਆ ਜੀ। ਅੱਜ ਕੱਲ੍ਹ ਤਕਰੀਬਨ 10 ਤੋਂ 12 ਮਹੀਨੇ ਲੱਗ ਰਹੇ ਆ। ਥੋੜ੍ਹੀ ਜੀ ਇਹਦੇ 'ਚ ਤੇਜ਼ੀ ਆਈ ਆ, ਪਰ ਇੰਨੀ ਨਹੀਂ ਆਈ। ਸੋ ਤੁਹਾਨੂੰ ਵੇਟ ਕਰਨੀ ਪੈਣੀ ਆ। ਹੋ ਸਕਦਾ ਤੁਹਾਡੀ ਡੇਟ ਜਿਹੜੀ ਆ ਉਹ ਹੋਰ 2-3 ਮਹੀਨਿਆਂ ਦੇ ਵਿੱਚ ਆ ਜਾਵੇ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੈਂ ਡਿਪੋਰਟ ਹੋ ਗਿਆ ਸੀ 2020 ਦੇ ਵਿੱਚ, ਮੇਰਾ ਕੇਸ ਫੇਲ ਹੋ ਗਿਆ ਸੀ ਤੇ ਜੇ ਮੈਂ ਵਾਪਸ ਆਇਆ ਮੈਂ ਬਾਹਰ ਆ ਜਾਊਂਗਾ। ਕੋਈ ਜ਼ਰੂਰੀ ਨਹੀਂ ਜੀ, ਕਿਉਂਕਿ ਰੀਜ਼ਨ ਇਹ ਹੈਗਾ ਕਿ ਜਦੋਂ ਕਿਸੇ ਨੂੰ ਡਿਪੋਰਟ ਕਰਦੇ ਆ ਉੱਥੇ ਡੈਪੂਟੇਸ਼ਨ ਲੱਗਦੀ ਆ 5 ਸਾਲ ਦੀ ਜਾਂ 10 ਸਾਲ ਦੀ। ਤੇ ਜੇ ਅਜੇ ਤੁਹਾਨੂੰ ਉਹ ਟਾਈਮ ਪੂਰਾ ਨਹੀਂ ਹੋਇਆ ਤਾਂ ਤੁਹਾਨੂੰ ਦੁਬਾਰਾ ਫੇਰ ਡਿਪੋਰਟ ਕਰ ਸਕਦੇ ਆ ਵੀ ਤੁਹਾਡੇ ਤੇ ਡਿਪੋਰਟ ਦਾ ਆਰਡਰ ਲੱਗਿਆ, ਤੁਸੀਂ ਇੰਨੇ ਸਾਲ ਐਂਟਰ ਨਹੀਂ ਹੋ ਸਕਦੇ। ਸੋ ਦੁਬਾਰਾ ਆਓਗੇ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੇਰੇ ਹਸਬੈਂਡ ਦੇ ਯੰਗਰ ਬ੍ਰਦਰ ਨੇ ਅਪਲਾਈ ਕੀਤਾ ਸੀਗਾ ਆਪਣੇ ਐਲਡਰ ਬ੍ਰਦਰ ਲਈ 2007 ਦੇ ਵਿੱਚ, ਜੁਲਾਈ 2007 'ਚ, ਤੇ ਉਸ ਤੋਂ ਬਾਅਦ ਆਲਮੋਸਟ 14 ਸਾਲ ਹੋ ਗਏ। ਕਿੰਨਾ ਟਾਈਮ ਲੱਗੂਗਾ? ਇਹ ਜਿਹੜੀ ਕੈਟਾਗਰੀ ਹੈ F4 ਤੁਸੀਂ ਗੱਲ ਕਰ ਰਹੇ ਹੋ, ਤੇ F4 ਕੈਟਾਗਰੀ ਦੇ ਵਿੱਚ 2005 ਚੱਲ ਰਿਹਾ ਜੀ ਅਜੇ। ਤੋ ਜੇ 7 'ਚ ਅਪਲਾਈ ਕੀਤਾ ਇਹਨੂੰ ਤਕਰੀਬਨ ਹੋ ਸਕਦਾ 2 ਸਾਲ ਹੋਰ ਲੱਗ ਜਾਣ। ਜਿਹੜੇ ਹਿਸਾਬ ਨਾਲ ਚੱਲ ਰਿਹਾ ਤੇਜ਼ ਹੋ ਗਿਆ ਤਾਂ ਕਹਿ ਨਹੀਂ ਸਕਦੇ, ਪਰ ਅਜੇ 2 ਸਾਲ ਲੱਗ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੇਰੇ ਫਾਦਰ ਨੇ ਅਪਲਾਈ ਕੀਤਾ ਸੀ 2016 ਦੇ ਵਿੱਚ, 21 ਸਾਲ ਤੋਂ ਉੱਪਰ ਦੀ ਕੈਟਾਗਰੀ ਦੇ ਵਿੱਚ ਕਿੰਨਾ ਟਾਈਮ ਲੱਗੂਗਾ? 2000 ਅਜੇ ਫਿਲਹਾਲ ਉਸ ਕੈਟਾਗਰੀ ਜੋ ਗ੍ਰੀਨ ਕਾਰਡ ਹੋਲਡਰ ਹੈਗੇ ਆ ਤਾਂ 2015 ਚੱਲ ਰਿਹਾ, ਤੇ ਜੇ ਉਹ ਸਿਟੀਜ਼ਨ ਨੇ ਤਾਂ ਉਹਦੇ ਵਿੱਚ ਜਿਹੜਾ ਹੈਗਾ 2014 ਚੱਲ ਰਿਹਾ, ਤੇ ਗ੍ਰੀਨ ਕਾਰਡ ਹੋਲਡਰ ਜ਼ਿਆਦਾ ਫਾਸਟ ਚੱਲ ਰਿਹਾ ਇਹਦੇ ਨਾਲੋਂ। ਹੁਣ ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ 'ਚ ਕਹਿ ਰਹੇ ਕਿ ਜਨਵਰੀ 2005 ਦੇ ਵਿੱਚ ਕੇਸ ਅਪਲਾਈ ਕੀਤਾ, ਇੰਟਰਵਿਊ ਕਦੋਂ ਆਊਗੀ? ਉੱਥੇ ਹੁਣ ਸਪਟੈਂਬਰ 2005 ਚੱਲ ਰਿਹਾ, ਪਰ ਉਹ ਸਪਟੈਂਬਰ 2005 ਦਾ ਮਤਲਬ ਇਹ ਨਹੀਂ ਹੈ ਕਿ ਉਦੋਂ ਪਹਿਲਾਂ ਸਾਰੇ ਕੇਸਾਂ ਨੂੰ ਜਿਹੜਾ ਹੈਗਾ ਉਹ ਇਮੀਗ੍ਰੈਂਟ ਵੀਜ਼ਾ ਮਿਲ ਗਿਆ, ਜੁਲਾਈ ਵਾਲਿਆਂ ਨੂੰ, ਅਗਸਤ ਵਾਲਿਆਂ ਨੂੰ। ਇਸ ਤਰ੍ਹਾਂ ਨਹੀਂ ਆ। ਜਿਵੇਂ ਹੁਣ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਤੁਹਾਡਾ ਜਨਵਰੀ ਦਾ ਕੇਸ ਅਜੇ ਤੱਕ ਨਹੀਂ ਮਿਲਿਆ, ਸੋ ਟਾਈਮ ਲੱਗੂਗਾ। ਉਹ ਬੈਕਲੌਗ ਹੈਗਾ ਐਮਬੈਸੀ ਦੇ ਵਿੱਚ, ਤੇ ਇਸ ਕਰਕੇ ਉਹਨੂੰ ਟਾਈਮ ਲੱਗ ਸਕਦਾ। ਕਹਿ ਨਹੀਂ ਸਕਦੇ ਕਿੰਨਾ ਟਾਈਮ ਲੱਗੇਗਾ, ਲੇਕਿਨ ਉਹ ਟਾਈਮ ਲੱਗ ਸਕਦਾ ਉਹਨੂੰ। ਉਹਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਕਿ F2A ਕੈਟਾਗਰੀ 'ਚ 2018 ਦੇ ਵਿੱਚ ਅਪਲਾਈ ਕੀਤਾ ਸੀ, ਇੰਟਰਵਿਊ ਨਹੀਂ ਆਈ, ਤੇ ਅਸੀਂ ਕੀ ਜਿਹੜਾ ਹੈਗਾ ਉਹ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹਾਂ? ਹਾਂਜੀ ਕਰ ਸਕਦੇ ਹੋ। ਕੈਨੇਡਾ ਦਾ ਟੂਰਿਸਟ ਜਾਣ ਦੇ ਵਿੱਚ ਤਾਂ ਇਹ 'ਚ ਕੋਈ ਮਨਾਹੀ ਨਹੀਂ ਆ, ਕਿਉਂਕਿ ਇਹ ਕੈਟਾਗਰੀ ਜਿਹੜੀ F2A ਉਹੀ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਦੀ ਕੈਟਾਗਰੀ ਆ। ਇਹਨੂੰ ਟਾਈਮ ਲੱਗ ਸਕਦਾ ਹੈ ਤਾਂ ਕਰੰਟ ਆ, ਪਰ ਕਾਫੀ ਇਹ 'ਚ ਡਿਲੇ ਆ, ਤੇ ਜੇ ਜਾਣਾ ਤੁਸੀਂ ਜਾ ਸਕਦੇ ਹੋ ਕੈਨੇਡਾ। ਅਗਲਾ ਸਵਾਲ ਹੈ ਜੀ ਕਿ ਮੇਰੇ ਕੋਲ ਯੂਰਪੀਅਨ ਪਾਸਪੋਰਟ ਆ, ਕੀ ਮੈਂ ਅਮਰੀਕਾ 'ਚ ਸੈਟਲ ਹੋ ਸਕਦਾ? ਕੋਈ ਜ਼ਰੂਰੀ ਨਹੀਂ ਜੀ, ਕਿਉਂਕਿ ਜਿਹੜਾ ਯੂਰਪੀਅਨ ਪਾਸਪੋਰਟ ਆ ਉਹ ਅਮਰੀਕਾ 'ਚ ਆ ਸਕਦਾ, ਘੁੰਮ ਫਿਰ ਸਕਦਾ, ਵਾਪਸ ਜਾ ਸਕਦਾ, ਪਰ ਸੈਟਲ ਹੋਣ ਵਾਸਤੇ ਇੱਥੇ ਕੋਈ ਰਸਤਾ ਨਹੀਂ, ਇੱਥੇ ਕੋਈ ਵਰਕ ਪਰਮਿਟ ਨਹੀਂ ਮਿਲਦਾ। ਤੇ ਤੁਸੀਂ ਯੂਰਪੀਅਨ ਪਾਸਪੋਰਟ ਦੀ ਬੇਸ 'ਤੇ ਅਮਰੀਕਾ ਦੇ ਵਿੱਚ ਸਿਰਫ ਇਸ ਕਰਕੇ ਕਿ ਤੁਸੀਂ ਯੂਰਪੀਅਨ ਕੰਟਰੀ ਦੇ ਆਪਣੇ ਸਿਟੀਜ਼ਨ ਹੋ, ਇੱਥੇ ਸੈਟਲ ਨਹੀਂ ਹੋ ਸਕਦੇ। ਤੁਸੀਂ ਸਿਰਫ ਆ ਸਕਦੇ ਹੋ, ਘੁੰਮ ਫਿਰ ਕੇ ਵਾਪਸ ਜਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਆ ਕਿ ਅਸਾਈਲਮ ਪ੍ਰੋਸੈਸ ਬਾਰੇ ਦੱਸੋ ਵੀ ਸਾਡੀ ਇੰਟਰਵਿਊ ਹੋ ਗਈ ਸੀ, ਕੋਈ ਰਿਸਪੌਂਸ ਨਹੀਂ ਆਇਆ, 2 ਮਹੀਨੇ ਤੋਂ ਉੱਤੇ ਹੋ ਗਏ। ਇਹਨੂੰ ਟਾਈਮ ਲੱਗ ਜਾਂਦਾ ਜੀ। ਅੱਜ ਕੱਲ੍ਹ ਕਈ ਅਫਸਰ ਜਿਹੜੇ ਆ, ਜੇ ਅਸਾਈਲਮ ਆਫਿਸ ਹੋਈ ਉਹ ਕਹਿੰਦੇ ਅਸੀਂ ਮੇਲ ਕਰਾਂਗੇ, ਡਿਸੀਜਨ ਆਉਣ ਨੂੰ 6-6 ਮਹੀਨੇ ਵੀ ਲੱਗ ਜਾਂਦੇ, ਤੁਹਾਨੂੰ ਵੇਟ ਕਰਨੀ ਪੈਣੀ ਆ।
ਜੇ ਇਮੀਗ੍ਰੇਸ਼ਨ ਜੱਜ ਕੋਲ ਇੰਟਰਵਿਊ ਹੋਈ ਆ ਉਹਨਾਂ ਦਾ ਡਿਸੀਜਨ ਤਕਰੀਬਨ ਥੋੜ੍ਹਾ ਜਲਦੀ ਆ ਜਾਂਦਾ, ਪਰ 2-3 ਮਹੀਨੇ ਤਾਂ ਉਹ ਵੀ ਲਾ ਦਿੰਦੇ ਆ। ਪਰ ਅਸਾਈਲਮ ਆਫਿਸ ਵਾਲੇ ਤਾਂ ਕਾਫੀ ਟਾਈਮ ਲਾ ਦਿੰਦੇ, ਕਈ ਵਾਰੀ 6-6 8-8 ਮਹੀਨੇ ਵੀ ਲਾ ਦਿੰਦੇ ਆ। ਸੋ ਵੇਟ ਕਰਨੀ ਪੈਣੀ ਆ ਤੁਹਾਨੂੰ। ਅਗਲਾ ਸਵਾਲ ਹੈ ਜੀ ਕਿ ਜਿਨ੍ਹਾਂ ਦਾ ਗ੍ਰੀਨ ਕਾਰਡ ਆ ਅਤੇ ਉਹਨਾਂ ਨੇ ਸਪੋਂਸਰ ਕੀਤਾ ਸੀਗਾ ਅਤੇ ਉਹ ਕੇਸ ਵਿਡਰਾਅ ਕਰ ਸਕਦੇ ਆ? ਜੇ ਕਰਨਾ, ਹਾਂਜੀ ਕਰ ਸਕਦੇ ਆ। ਵਿਡਰਾਅ ਤੁਸੀਂ ਕਿਸੇ ਟਾਈਮ ਵੀ ਆਪਣੇ ਕੇਸ ਨੂੰ ਕਰ ਸਕਦੇ ਹੋ। ਜੇ ਤੁਸੀਂ ਕਿਸੇ ਦਾ ਅਪਲਾਈ ਕੀਤਾ ਅਤੇ ਤੁਹਾਡਾ ਫਿਰ ਹੁਣ ਮਨ ਬਦਲ ਗਿਆ, ਜਾਣ ਬਣ ਹੋ ਗਈ ਉਹਨਾਂ ਦੇ ਨਾਲ, ਅਤੇ ਤੁਸੀਂ ਜਦੋਂ ਮਰਜ਼ੀ ਆਪਣਾ ਕੇਸ ਉਹਨਾਂ ਨੂੰ ਲਿਖ ਕੇ ਵਿਡਰਾਅ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਸਾਡਾ ਕੇਸ ਅਕਤੂਬਰ 2005 ਦਾ ਹੈ, NVC ਤੋਂ ਕਲੀਅਰ ਹੋ ਗਿਆ, ਇੰਟਰਵਿਊ ਕਦੋਂ ਆਏਗੀ? ਇਹ ਤੁਹਾਡਾ ਮੇਰੇ ਖਿਆਲ ਤੁਸੀਂ F4 ਕੈਟੇਗਰੀ ਦੀ ਗੱਲ ਕਰ ਰਹੇ ਹੋ। F4 'ਚ ਸਤੰਬਰ 2005 ਚੱਲ ਰਿਹਾ ਅਤੇ ਅਜੇ ਸਤੰਬਰ ਤੋਂ ਪਹਿਲਾਂ ਵਾਲਿਆਂ ਦੀਆਂ ਵੀ ਇੰਟਰਵਿਊਆਂ ਨਹੀਂ ਆਈਆਂ। ਜਿਵੇਂ ਜਨਵਰੀ ਫਰਵਰੀ ਵਾਲਿਆਂ ਨੂੰ ਮੈਂ ਜਾਣਦਾ ਨਹੀਂ ਆਈ ਇੰਟਰਵਿਊ। ਸੋ ਵੇਟ ਕਰੋ, ਅਜੇ ਟਾਈਮ ਲੱਗ ਸਕਦਾ। ਅਤੇ ਉਸ ਤੋਂ ਬਾਅਦ ਜੀ ਅਗਲਾ ਸਵਾਲ ਹੈ ਕਿ ਉਹ ਇਹ ਕਹਿ ਰਹੇ ਆ ਕਿ ਅਸਾਈਲਮ ਐਪਲੀਕੈਂਟ ਜੇ ਅਸਾਈਲਮ ਪਾਸ ਹੋ ਜਾਵੇ ਉਸ ਤੋਂ ਬਾਅਦ ਗ੍ਰੀਨ ਕਾਰਡ ਲੈ ਕੇ ਬੰਦਾ ਇੰਡੀਆ ਜਾ ਸਕਦਾ। ਦੇਖੋ ਇਸ ਤਰ੍ਹਾਂ ਹੁੰਦਾ ਕਿ ਜੇ ਤੁਸੀਂ ਇੰਡੀਆ ਜਾਣਾ, ਤੁਹਾਨੂੰ ਆਉਣ 'ਤੇ ਪ੍ਰੋਬਲਮ ਆ ਸਕਦੀ, ਕਿਉਂਕਿ ਅਸਾਈਲਮ ਤੁਸੀਂ ਇਹ ਕਹਿ ਕੇ ਲਿਆ ਵੀ ਸਾਨੂੰ ਉੱਥੇ ਖਤਰਾ। ਦੂਜੇ ਪਾਸੇ ਤੁਸੀਂ ਉੱਥੇ ਹੀ ਵਾਪਸ ਜਾਣਾ ਚਾਹੁੰਦੇ ਹੋ। ਸੋ ਇਸ ਕਰਕੇ ਤੁਹਾਨੂੰ ਵਾਪਸ ਆਉਣ 'ਤੇ ਜੇ ਤੁਹਾਡੇ ਕੋਲ ਮਤਲਬ ਗ੍ਰੀਨ ਕਾਰਡ ਹੈਗਾ, ਤੁਸੀਂ ਟਰੈਵਲ ਤਾਂ ਕਰ ਸਕਦੇ ਹੋ, ਪਰ ਵਾਪਸ ਆਉਣ 'ਤੇ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਤੁਹਾਨੂੰ ਪੁੱਛ ਸਕਦੇ ਨੇ ਵੀ ਤੁਸੀਂ ਕਿਉਂ ਗਏ ਉੱਥੇ। ਸੋ ਮੇਰੀ ਰੈਕਮੈਂਡੇਸ਼ਨ ਆ ਵੀ ਨਹੀਂ ਜਾਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਮੇਰਾ ਕੇਸ ਕੈਲੀਫੋਰਨੀਆ ਅਪਲਾਈ ਕੀਤਾ, ਮੈਂ ਵਰਕ ਪਰਮਿਟ ਤੋਂ ਬਾਅਦ ਕਿਸੇ ਹੋਰ ਸਟੇਟ 'ਚ ਕੰਮ ਕਰ ਸਕਦਾ? ਨਹੀਂ ਜੀ, ਕਿਉਂਕਿ ਜੇ ਤੁਹਾਡਾ ਕੇਸ ਕੈਲੀਫੋਰਨੀਆ ਚੱਲਦਾ ਤਾਂ ਉਹਦਾ ਮਤਲਬ ਇਹ ਆ ਕਿ ਤੁਸੀਂ ਆਪਣੇ ਆਪ ਨੂੰ ਸ਼ੋਅ ਕੀਤਾ ਮੈਂ ਉੱਥੇ ਰਹਿ ਰਿਹਾ। ਸੋ ਕਈ ਲੋਕ ਜਿਹੜੇ ਟਰੱਕ ਲੈ ਕੇ ਜਾਂਦੇ ਆ ਉਹ ਤਾਂ ਜਾ ਸਕਦੇ ਆ ਕਿ ਟਰੱਕ 'ਤੇ ਤੁਸੀਂ ਲੋਡ ਲੈ ਕੇ ਸ਼ਿਕਾਗੋ ਨੂੰ ਜਾਂਦੇ ਆ ਜਾਂ ਨਿਊਯਾਰਕ ਜਾਂਦੇ, ਪਰ ਫਿਰ ਉੱਥੇ ਵਾਪਸ ਆ ਜਾਂਦੇ ਆ, ਇੱਦਾਂ ਹੋ ਸਕਦਾ। ਪਰ ਜੇ ਤੁਸੀਂ ਰਹਿਣਾ ਹੀ ਸ਼ੁਰੂ ਕਰ ਦਿਓ ਹੋਰ ਸਟੇਟ 'ਚ, ਉਹ ਨਹੀਂ ਹੋਊਗਾ। ਤੁਹਾਡਾ ਕੇਸ ਫਿਰ ਤੁਹਾਨੂੰ ਉੱਥੇ ਮੂਵ ਕਰਾਉਣਾ ਪਊਗਾ। ਜੇ ਤੁਸੀਂ ਕੈਲੀਫੋਰਨੀਆ ਰਹਿੰਦੇ ਹੋ, ਤੁਹਾਨੂੰ ਜਿਹੜਾ ਪਰਮਾਨੈਂਟ ਐਡਰੈਸ ਆ ਉਹ ਕੈਲੀਫੋਰਨੀਆ ਦਾ ਹੀ ਸ਼ੋਅ ਕਰਨਾ ਪਊਗਾ। ਜੇ ਤੁਸੀਂ ਕਿਸੇ ਹੋਰ ਸਟੇਟ ਦੇ ਵਿੱਚ ਰਹਿਣਾ ਸ਼ੁਰੂ ਕਰਤਾ, ਫਿਰ ਤੁਹਾਨੂੰ ਆਪਣਾ ਕੇਸ ਉੱਥੇ ਮੂਵ ਕਰਾਉਣਾ ਪਏਗਾ। ਅਗਲਾ ਸਵਾਲ ਹੈ ਜੀ ਕਿ ਰਿਮੇਨ ਇਨ ਮੈਕਸੀਕੋ ਪਾਲਿਸੀ ਕਦੋਂ ਲਾਗੂ ਹੋਏਗੀ? ਇਹ ਮੈਂ ਦੱਸ ਕੇ ਹਟਿਆ ਜੀ ਕਿ ਨਵੰਬਰ ਦੇ ਅੱਧ ਤੋਂ ਜੇ ਮੈਕਸੀਕੋ ਮੰਨ ਗਿਆ ਲਾਗੂ ਹੋਏਗੀ। ਅਤੇ ਉਸ ਤੋਂ ਬਾਅਦ ਫਿਰ ਹੁਣ ਕਈ ਬੰਦਿਆਂ ਨੂੰ ਉੱਥੇ ਰੱਖ ਕੇ ਕੇਸ ਲੜਨ ਵਾਸਤੇ ਕਿਹਾ ਜਾਊਗਾ। ਹੁਣ ਇਹਦੇ 'ਚ ਪਤਾ ਨਹੀਂ ਕਿ ਸੈਂਟਰਲ ਅਮਰੀਕਨ ਕੰਟਰੀਜ਼ ਦੇ ਬੰਦੇ ਹੀ ਸਿਰਫ ਆਉਣਗੇ ਕਿ ਜਿਹੜੇ ਇੰਡੀਆ ਵਗੈਰਾ ਤੋਂ ਆਉਂਦੇ ਉਹ ਵੀ ਆਉਣਗੇ, ਕਿਉਂਕਿ ਜਦੋਂ ਪਿੱਛੇ ਲਾਗੂ ਹੋਈ ਸੀ ਉਹ 'ਚ ਇੰਡੀਆ ਵਾਲੇ ਤਾਂ ਨਹੀਂ ਸੀ, ਉਹਨਾਂ ਨੂੰ ਤਾਂ ਇੱਧਰ ਆਉਣ ਦੇ ਦਿੰਦੇ ਸੀ। ਲੇਕਿਨ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਦੇ ਲੋਕ ਨੇ ਉਹਨਾਂ ਨੂੰ ਇਹ ਉੱਥੇ ਜਿਹੜਾ ਹੈਗਾ ਉਹ ਕਰਦੇ ਸੀ ਰਹਿਣ ਲਈ। ਅਗਲਾ ਸਵਾਲ ਹੈ ਜੀ ਕਿ ਸਰ ਉਹ ਕਹਿ ਰਹੇ ਆ ਕਿ ਵੀਜ਼ਾ ਰੈਵੋਕੇਸ਼ਨ ਬਾਰੇ ਦੱਸੋ। ਜੇ ਵੀਜ਼ਾ ਰਿਵੋਕ ਹੋ ਗਿਆ ਅਤੇ ਕੀ ਅਸੀਂ ਦੁਬਾਰਾ ਅਪਲਾਈ ਕਰ ਸਕਦੇ ਹਾਂ? ਵੀਜ਼ਾ ਰਿਵੋਕ ਹੋ ਗਿਆ ਦੁਬਾਰਾ ਔਖਾ ਹੁੰਦਾ, ਕਿਉਂਕਿ 5 ਸਾਲ ਜਾਂ 10 ਸਾਲ ਦਾ ਕਈ ਵਾਰੀ ਬੈਨ ਲਾ ਦਿੰਦੇ ਆ। ਕੋਈ ਜ਼ਰੂਰੀ ਨਹੀਂ ਹੈਗਾ ਵੀ ਇੱਕਦਮ ਦੇ ਦੇਣਗੇ। ਸੋ ਉਹਨੂੰ ਟਾਈਮ ਲੱਗ ਸਕਦਾ, ਉਹ ਕੋਈ ਐਡਾ ਸੌਖੀ ਗੱਲ ਨਹੀਂ ਹੈਗੀ। ਜੇ ਤੁਸੀਂ ਟਰਾਈ ਕਰ ਸਕਦੇ ਹੋ, ਪਰ ਦੁਬਾਰਾ ਫਿਰ ਨਾ ਹੀ ਹੋਣ ਦੀ ਜ਼ਿਆਦਾ ਉਮੀਦ ਆ। ਅਗਲਾ ਸਵਾਲ ਹੈ ਜੀ ਕਿ ਤੁਸੀਂ ਰਿਮੇਨ ਇਨ ਮੈਕਸੀਕੋ ਪਾਲਿਸੀ ਬਾਰੇ ਹੋਰ ਦੱਸੋ। ਮੈਂ ਦੱਸ ਕੇ ਹਟਿਆ ਜੀ ਡਿਟੇਲ ਦੇ ਵਿੱਚ ਕਿ ਉਹ ਪਾਲਿਸੀ ਬਾਰੇ ਸਰਕਾਰ ਨੇ ਇੰਪਲੀਮੈਂਟੇਸ਼ਨ ਸ਼ੁਰੂ ਕਰਤੀ ਆ। ਮੈਕਸੀਕੋ ਨਾਲ ਗੱਲਬਾਤ ਸ਼ੁਰੂ ਹੈ ਅਤੇ ਨਵੰਬਰ ਦੇ ਅੱਧ ਤੋਂ ਉਹ ਕਹਿੰਦੇ ਵੀ ਅਸੀਂ ਇੰਪਲੀਮੈਂਟ ਕਰਨ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕਰਾਂਗੇ। ਜੇ ਮੈਕਸੀਕੋ ਮੰਨ ਗਿਆ ਅਤੇ ਫਿਰ ਦੇਖਿਆ ਜਾਊਗਾ ਵੀ ਕਿਹੜੇ ਕਿਹੜੇ ਬੰਦਿਆਂ ਨੂੰ ਉਹ ਉੱਧਰ ਭੇਜਦੇ ਆ ਜਾਂ ਕਿਹਨੂੰ ਆਉਣ ਦੀ ਜਿਹੜੀ ਪਰਮਿਸ਼ਨ ਦਿੰਦੇ ਆ, ਬਾਅਦ 'ਚ ਪਤਾ ਲੱਗੂਗਾ। ਅਗਲਾ ਸਵਾਲ ਹੈ ਜੀ ਉਹ ਇਹ ਕਹਿ ਰਹੇ ਆ ਕਿ ਮੇਰੇ ਫਾਦਰ US ਸਿਟੀਜ਼ਨ ਨੇ, ਉਹਨਾਂ ਨੇ ਮੇਰੀ ਪਟੀਸ਼ਨ 2016 'ਚ ਅਪਲਾਈ ਕੀਤੀ ਸੀਗੀ। ਮੈਂ ਹੁਣ 21 ਸਾਲ ਤੋਂ ਉੱਪਰ ਹੋ ਗਿਆ ਕਿ ਮੈਂ ਆ ਸਕਦਾ। ਇਹਦੇ 'ਚ ਬੇਸਿਕਲੀ ਦੇਖਣਾ ਪਊਗਾ ਉਹਨਾਂ ਨੇ ਕਿਹੜੀ ਕੈਟੇਗਰੀ 'ਚ ਅਪਲਾਈ ਕੀਤੀ ਆ। ਸੋ ਜੇ ਤਾਂ ਉਹਨਾਂ ਨੇ ਤੁਹਾਡੀ F1 ਕੈਟੇਗਰੀ 'ਚ ਕੀਤੀ ਆ ਤਾਂ ਅਜੇ ਟਾਈਮ ਲੱਗੂਗਾ। ਜੇ ਉਹਨਾਂ ਨੇ ਤੁਹਾਡੀ ਜਿਹੜੀ ਹੈਗੀ ਆ ਉਹ ਅੰਡਰ 21 ਤੋਂ ਕੀਤੀ ਆ ਤਾਂ ਫਿਰ ਜੇ ਪਟੀਸ਼ਨ ਅਪਲਾਈ ਹੋਣ ਤੋਂ ਪਹਿਲਾਂ ਤੁਸੀਂ 21 ਸਾਲ ਤੋਂ ਮਤਲਬ ਘੱਟ ਸੀਗੇ ਅਤੇ ਤੁਹਾਡੇ ਫਾਦਰ ਸਿਟੀਜ਼ਨ ਨੇ, ਤਾਂ ਉਹ ਟਾਈਮ ਫਰੀਜ਼ ਹੋ ਜਾਂਦਾ। ਤੁਸੀਂ 21 ਤੋਂ ਉੱਪਰ ਵੀ ਤੁਹਾਨੂੰ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਜਿਹੜਾ ਉਹ ਕਵਰ ਕਰ ਸਕਦਾ। ਅਤੇ ਅਗਲਾ ਸਵਾਲ ਹੈ ਜੀ ਕਿ ਰਿਮੇਨ ਇਨ ਮੈਕਸੀਕੋ ਪਾਲਿਸੀ ਦਾ ਇੰਡੀਆ 'ਤੇ ਕੋਈ ਅਸਰ ਪੈ ਸਕਦਾ? ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ। ਇਹ ਜਦੋਂ ਲਾਗੂ ਹੋਏਗੀ, ਜੇ ਹੋਈ ਨਹੀਂ ਲਾਗੂ, ਅਤੇ ਜਦੋਂ ਲਾਗੂ ਹੋਏਗੀ ਨਵੰਬਰ ਦੇ ਅੱਧ ਤੋਂ ਬਾਅਦ ਫਿਰ ਪਤਾ ਲੱਗੂ ਵੀ ਕਿਹੜੇ ਬੰਦੇ 'ਚ ਕਵਰ ਹੁੰਦੇ ਆ ਜ਼ਿਆਦਾ। ਜਿਵੇਂ ਲਾਸਟ ਟਾਈਮ ਜਦੋਂ ਹੋਈ ਸੀ ਉਦੋਂ ਤਾਂ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਆਉਂਦੇ ਆ, ਜਿਵੇਂ ਗੁਆਟੇਮਾਲਾ ਤੋਂ, ਹੰਡੋਰਸ ਤੋਂ, ਬ੍ਰਾਜ਼ੀਲ ਤੋਂ, ਉਹ ਬੰਦੇ ਕਵਰ ਹੁੰਦੇ ਸੀ ਇਹਦੇ 'ਚ। ਪਰ ਹੁਣ ਦੇਖਣ ਵਾਲੀ ਗੱਲ ਆ ਵੀ ਇਹ 'ਚ ਕਿਹੜੇ ਬੰਦੇ ਕਵਰ ਹੋਣਗੇ, ਕਿਸ ਤਰ੍ਹਾਂ ਹੋਏਗਾ। ਇਸ ਤੋਂ ਬਾਅਦ ਜੀ ਆਪਣਾ ਅੱਜ ਦਾ ਜਿਹੜਾ ਆਖਰੀ ਸਵਾਲ ਆ ਉਹ ਇਹ ਹੈਗਾ ਕਿ ਮੈਨੂੰ 21 ਮਹੀਨੇ ਹੋ ਗਏ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ, ਅਸਾਈਲਮ ਕੇਸ ਦਾ ਅਜੇ ਤੱਕ ਨਹੀਂ ਆਇਆ। ਇਹਨੂੰ ਟਾਈਮ ਲੱਗ ਰਿਹਾ ਜੀ, ਅੱਜ ਕੱਲ੍ਹ 25 ਤੋਂ 26 ਮਹੀਨੇ ਲੱਗ ਰਹੇ ਆ। ਅਤੇ ਤੁਹਾਨੂੰ ਜਿਹੜਾ ਹੈਗਾ ਉਹ ਅਜੇ ਵੇਟ ਕਰਨੀ ਪੈਣੀ ਹੈ, ਜਾਂ ਤੁਸੀਂ ਇਨਕੁਆਇਰੀ ਕਰ ਸਕਦੇ ਹੋ, ਪਤਾ ਕਰ ਸਕਦੇ ਹੋ। ਅਤੇ ਇੱਕ ਹੋਰ ਇਹਦੇ ਨਾਲ ਹੀ ਕੁਐਸਚਨ ਪੁੱਛਿਆ ਇਹਨਾਂ ਨੇ, ਉਹ ਕਹਿੰਦੇ ਵੀ ਜੇ ਪੇਰੈਂਟ ਨੇ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ ਉਹਦੇ ਬਾਰੇ ਕੋਈ ਦੱਸੋ ਵੀ ਜੇ ਬਣਨਾ ਹੋਵੇ। ਦੇਖੋ ਇਸ ਤਰ੍ਹਾਂ ਆ, ਸਿਟੀਜ਼ਨਸ਼ਿਪ ਬਾਰੇ ਤਾਂ ਬੇਸਿਕਲੀ ਇਹ ਹੁੰਦਾ ਕਿ ਤੁਹਾਨੂੰ ਇੱਥੇ ਅਮਰੀਕਾ 'ਚ ਰਹਿੰਦਿਆਂ ਨੂੰ 5 ਸਾਲ ਹੋ ਗਏ ਹੋਣ, ਉਹ 5 ਸਾਲਾਂ ਦੇ ਵਿੱਚੋਂ 2.5 ਸਾਲ ਤੁਸੀਂ ਜਿਹੜੇ ਆ ਇੱਥੇ
ਰਹੇ ਹੋਵੋ 6 ਮਹੀਨੇ ਤੋਂ ਮਤਲਬ ਵੱਧ ਲਗਾਤਾਰ ਤੁਸੀਂ ਬਾਹਰ ਨਹੀਂ ਰਹਿਣੇ ਚਾਹੀਦੇ ਕਿ ਜੇ ਤੁਸੀਂ ਗਏ ਆ ਵਿਦਨ 6 ਮੰਥ ਤੁਸੀਂ ਮੁੜੇ ਆਏ ਤੇ ਉਸ ਤੋਂ ਇਲਾਵਾ ਤੁਹਾਡਾ ਜਿਹੜਾ ਹੈਗਾ ਉਹ ਕੋਈ ਕ੍ਰਿਮੀਨਲ ਰੈਕਡ ਨਾ ਹੋਵੇ। ਫਿਰ ਜਿਹੜਾ ਟੈਸਟ ਹੁੰਦਾ ਉਹ ਤੁਹਾਨੂੰ ਪਾਸ ਕਰਨਾ ਪੈਂਦਾ, ਜਿਹੜਾ ਹੁੰਦਾ ਆਪਣਾ ਸਿਵਿਕ ਟੈਸਟ ਹੁੰਦਾ, ਇੰਗਲਿਸ਼ ਦਾ ਜਿਹੜਾ ਹੈਗਾ ਬੋਲਣ ਦਾ ਟੈਸਟ ਹੁੰਦਾ ਤੇ ਲਿਖਣ ਦਾ ਟੈਸਟ ਹੁੰਦਾ। ਫਿਰ ਐਪਲੀਕੇਸ਼ਨ ਦੇ ਜਿਹੜੇ ਕੁਐਸਚਨ ਨੇ ਉਹ ਵੀ ਤੁਹਾਨੂੰ ਸਮਝ ਹੋਣੀ ਚਾਹੀਦੀ ਆ ਕਿ ਐਪਲੀਕੇਸ਼ਨ 'ਚ ਕੀ ਲਿਖਿਆ। ਇਹਦੇ ਨਾਲ ਜੀ ਜੇ ਹੁਣ ਕਈ ਬੰਦਿਆਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਦਾ ਟੈਸਟ ਮਾਫ ਹੋ ਸਕਦਾ ਜੇ ਉਹ ਪਹਿਲੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ। ਤੇ ਨਾਲੇ ਜਿਹੜਾ ਡਾਕਟਰ ਆ ਉਹ N648 ਇੱਕ ਫਾਰਮ ਹੁੰਦਾ, ਉਹਨਾਂ ਜਿਹੜਾ ਪ੍ਰਾਇਮਰੀ ਡਾਕਟਰ ਆ ਜਿਹਦੇ ਕੋਲੋਂ ਜਾਂਦੇ ਆ ਆਲਰੇਡੀ, ਉਹ ਡਾਕਟਰ ਭਰ ਕੇ ਦਵੇ ਵੀ ਇਹਨਾਂ ਨੂੰ ਕੀ ਪ੍ਰੋਬਲਮਾਂ ਨੇ ਤੇ ਇੰਗਲਿਸ਼ ਕਿਉਂ ਨਹੀਂ ਸਿੱਖ ਸਕਦੇ, ਤਾਂ ਫਿਰ ਉਹ ਟੈਸਟ ਜੇ ਇਮੀਗ੍ਰੇਸ਼ਨ ਨੂੰ ਐਕਸੈਪਟ ਕਰ ਲਵੇ ਤਾਂ ਮਾਫ ਉਹ ਕੀਤਾ ਜਾ ਸਕਦਾ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਹਨੂੰ ਵੱਧ ਤੋਂ ਵੱਧ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਅਗਲੇ ਹਫਤੇ ਫੇਰ ਮਿਲਾਂਗੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.